ਰੋਜ਼ਾਨਾ ਲੋਕ ਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਲੁਕਮਾ ਸੱਚ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਅੱਜ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਦੇ ਵਿੱਚ ਲੈ ਕੇ ਆਏ ਹਾਂ ਪੰਜਾਬ ਦੀ ਸਿਆਸਤ ਦਾ ਇੱਕ ਵੱਡਾ ਲੁਕਮਾ ਸੱਚ। ਗੱਲਬਾਤ ਕਰਾਂਗੇ ਕੈਪਟਨ ਅਮਰਿੰਦਰ ਸਿੰਘ ਦੇ ਬਾਰੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ ਜਿਹੜੇ ਪ੍ਰਾਈਵੇਟ ਬਿਜਲੀ ਸਮਝੌਤੇ ਹੈ ਜਿਹੜੇ ਪਿਛਲੇ ਕਈ ਦਿਨਾਂ ਤੋਂ ਵਿਵਾਦ ਦਾ ਕਾਰਨ ਬਣੇ ਹੋਏ ਆ ਕਿ ਕੈਪਟਨ ਅਮਰਿੰਦਰ ਸਿੰਘ ਵਾਅਦਾ ਕਰਕੇ ਆਏ ਸੀਗੇ ਕਿ ਇਹ ਪ੍ਰਾਈਵੇਟ ਬਿਜਲੀ ਸਮਝੌਤੇ ਆ ਜਿਹੜੇ ਰੱਦ ਕਰਾਂਗੇ, ਪਰ ਹਾਲੇ ਤੱਕ ਰੱਦ ਨਹੀਂ ਕੀਤੇ ਗਏ ਤੇ ਉਹਨਾਂ ਤੇ ਸੰਦਰਭ ਦੇ ਵਿੱਚ ਹੁਣ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ ਐਕਸ਼ਨ ਲੈਣ ਦੀ ਜਿਹੜੀ ਹੈ ਉਹ ਤਿਆਰੀ ਕੀਤੀ ਜਾ ਰਹੀ ਹੈ। ਕਿਸ ਤਰੀਕੇ ਦੇ ਨਾਲ ਤਿਆਰੀ ਹੋ ਰਹੀ ਹੈ ਉਹ ਵੀ ਤੁਹਾਨੂੰ ਦੱਸਾਂਗੇ। ਜਿਸ ਤਰੀਕੇ ਦੇ ਨਾਲ ਇਹ ਕਾਰਵਾਈ ਸ਼ੁਰੂ ਕਰ ਰਹੇ ਨੇ ਕੈਪਟਨ ਅਮਰਿੰਦਰ ਸਿੰਘ, ਕੀ ਉਸ ਤਰੀਕੇ ਦੇ ਨਾਲ ਪ੍ਰਾਈਵੇਟ ਬਿਜਲੀ ਸਮਝੌਤੇ ਰੱਦ ਹੋ ਸਕਦੇ ਨੇ? ਕਿ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ ਜਾਂ ਫਿਰ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ? ਇੱਕ ਗੱਲ ਜਿਹੜੀ ਹੈ ਉਹ ਤੁਹਾਨੂੰ ਜਿਹੜੀ ਹੈ ਇਸ ਪ੍ਰੋਗਰਾਮ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਹੋਰੀ ਕੋਸ਼ਿਸ਼ ਕਰ ਰਹੇ ਆ ਬਿਜਲੀ ਸਮਝੌਤੇ ਰੱਦ ਕਰਨ ਦੀ, ਕਿ ਉਸ ਤਰੀਕੇ ਦੇ ਨਾਲ ਹੋਣਗੇ ਵੀ ਜਾਂ ਨਹੀਂ। ਇਸ ਪੂਰੇ ਮਾਮਲੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਰਾਜਨੀਤਿਕ ਮਾਹਰ ਦੇ ਤੌਰ ਤੇ ਪ੍ਰੋਫੈਸਰ ਕੁਲਦੀਪ ਸਿੰਘ ਜੀ GNDU ਤੋਂ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਰ, ਸਵਾਗਤ ਹੈ ਜੀ ਪ੍ਰੋਗਰਾਮ ਵਿੱਚ। ਮਿਹਰਬਾਨੀ ਸੁਖਿੰਦਰ ਜੀ, ਬਹੁਤ ਬਹੁਤ ਮਿਹਰਬਾਨੀ। ਸਰ, ਤੁਹਾਡੀ ਨਜ਼ਰ ਦੇ ਨਾਲ ਜੇ ਮੈਂ ਸਮਝਾਂ, ਆਪਣੇ ਦਰਸ਼ਕਾਂ ਨੂੰ ਵੀ ਸਮਝਾਈਏ, ਜਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ 3 ਮੈਂਬਰੀ ਕਮੇਟੀ ਤੋਂ ਐਡਵਾਈਸ ਲੈ ਕੇ ਪ੍ਰਾਈਵੇਟ ਕੰਪਨੀਆਂ ਨੂੰ ਜਿਹੜੀ ਹੈ ਬਿਜਲੀ ਸਮਝੌਤੇ ਦੇ ਵਿੱਚ ਜਿਹੜਾ ਲੀਗਲੀ ਨੋਟਿਸ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਾਂ ਕਹਿ ਦਈਏ ਵੀ ਮਨਜ਼ੂਰੀ ਦਿੱਤੀ ਗਈ ਹੈ, ਕਿ ਉਸ ਤਰੀਕੇ ਦੇ ਨਾਲ ਜਿਹੜਾ ਰਾਹਤ ਮਿਲ ਸਕਦੀ ਹੈ ਪੰਜਾਬ ਦੇ ਲੋਕਾਂ ਨੂੰ? ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ, ਜੇਕਰ ਸਹੀ ਤਰਤੀਬ ਵਾਈਜ਼ ਤੁਸੀਂ ਸਮਝਾਓ ਸਾਨੂੰ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਸ ਮੁੱਦੇ ਦੀ ਪਿਛੋਕੜ ਦੱਸਦਾ, ਇਹ ਗੱਲ ਕਿੱਥੋਂ ਸ਼ੁਰੂ ਹੋਈ, ਮੁੱਦਾ ਹੈ ਕੀ ਹੈ। ਜਿਹੜੇ ਮੈਂ ਤੁਹਾਨੂੰ ਵਿੱਚ ਥੋੜਾ ਰੋਕ ਰਿਹਾ। ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਜਿਵੇਂ ਜਿਵੇਂ ਸਰ ਦੱਸਣਗੇ ਇਸ ਸਮਝੌਤੇ ਦੇ ਬਾਰੇ, ਇਸ ਮੁੱਦੇ ਦੇ ਬਾਰੇ, ਨਾਲ ਦੀ ਨਾਲ ਜਿਹੜੀਆਂ ਆਪਣਾ ਗ੍ਰਾਫਿਕਸ ਪਲੇਟਸ ਬਣਾਈਆਂ ਹੋਈਆਂ ਨੇ, ਕੀ ਸਮਝੌਤੇ ਆ, ਕਿਸ ਤਰੀਕੇ ਦੀ ਸ਼ਰਤਾਂ ਨੇ, ਉਹ ਵੀ ਜਿਹੜੀਆਂ ਨਾਲ ਦੀ ਨਾਲ ਜ਼ਰੂਰ ਚਲਾਉਣ ਤਾਂ ਜੋ ਜਿਹੜਾ ਦਰਸ਼ਕਾਂ ਨੂੰ ਸੌਖੇ ਤਰੀਕੇ ਦੇ ਨਾਲ ਸਮਝ ਆ ਸਕੇ। ਜੀ ਸਰ। ਇਹ ਜਿਹੜੇ 3 ਥਰਮਲ ਪਲਾਂਟ ਪੰਜਾਬ ਦੇ ਰਾਜਪੁਰਾ, ਤਲਵੰਡੀ ਸਾਬੋਂ ਤੋਂ ਗੋਇੰਦਵਾਲ ਸਾਹਿਬ, 3 ਥਰਮਲ ਪਲਾਂਟ ਅਕਾਲੀ ਦਲ BJP ਸਰਕਾਰ ਵੇਲੇ ਲੱਗੇ ਤੇ ਇਹਨਾਂ ਨਾਲ ਕਿਸ ਭਾਅ ਤੇ ਇਹਨਾਂ ਥਰਮਲ ਪਲਾਂਟਾਂ ਨੇ ਪੰਜਾਬ ਸਰਕਾਰ ਨੂੰ ਬਿਜਲੀ ਸਪਲਾਈ ਕਰਨੀ ਆ, ਉਹ ਰੇਟ ਫਿਕਸ ਹੋ ਗਏ। ਰੇਟ ਫਿਕਸ ਹੋਣ ਤੋਂ ਬਾਅਦ ਜਿਹੜੀ ਇਹਦੀ ਕਪੈਸਿਟੀ ਸੀ ਉਹਦੇ ਬਾਰੇ ਕਿਹਾ ਗਿਆ ਕਿ ਜੇ ਆਪਣੀ ਕਪੈਸਿਟੀ ਦਾ ਇਹ 80% 85% ਬਿਜਲੀ ਸਪਲਾਈ ਕਰ ਦਿੰਦੇ ਨੇ ਤੇ ਫਿਰ ਇਹਨਾਂ ਨੂੰ ਪੂਰੀ ਕਪੈਸਿਟੀ ਮੁਤਾਬਕ ਪੇਮੈਂਟ ਹੋਏਗੀ। ਜਾਣੀ ਕਿ ਇਹਨਾਂ ਨੂੰ ਕੁਝ ਦਿਨ ਆਪਣੇ ਪਲਾਂਟ ਬੰਦ ਰੱਖਣ ਦੀ ਇਜਾਜ਼ਤ ਦੇ ਦਿੱਤੀ ਪਹਿਲਾਂ ਹੀ ਐਗਰੀਮੈਂਟ 'ਚ ਹੀ। ਸ਼ਾਇਦ ਇਸ ਤਰ੍ਹਾਂ ਦੀ ਗੱਲ ਹੋਵੇ ਕਿ ਇਹਨਾਂ ਨੇ ਆਪਣੇ ਪਲਾਂਟਸ ਨੂੰ ਮੇਨਟੇਨ ਕਰਨਾ, ਸਫਾਈ ਕਰਨੀ ਹੈ। ਸੋ ਸਮਝੌਤੇ ਹੋ ਗਏ, ਕਿੰਨੀ ਬਿਜਲੀ ਸਪਲਾਈ ਕਰਨਗੇ ਉਹ ਫਿਕਸ ਹੋ ਗਈ, ਉਹਦੇ ਰੇਟ ਫਿਕਸ ਹੋ ਗਏ। ਬਿਜਲੀ ਤਾਂ ਚਲੋ ਇਹਨਾਂ ਨੇ ਗ੍ਰਿਡ ਨੂੰ ਸਪਲਾਈ ਕਰਤੀ, ਪਰ ਜਿਹੜੇ ਭਾਅ ਤੇ ਸਮਝੌਤੇ ਇਹਨਾਂ 3 ਥਰਮਲ ਪਲਾਂਟਾਂ ਦੇ ਮਾਲਕਾਂ ਨਾਲ ਹੋਏ ਉਹ ਮਹਿੰਗੇ ਨੇ। ਜਿਸ ਭਾਅ ਤੇ ਸੈਂਟਰਲ ਗ੍ਰਿਡ ਵਿੱਚ ਬਿਜਲੀ ਮਿਲਦੀ ਹੈ ਉਹ ਸਸਤੇ ਨੇ। ਇਸ ਪਿਛੋਕੜ ਦੇ ਹੁੰਦਿਆਂ ਹੋਇਆਂ 2017 ਵਿੱਚ ਕਾਂਗਰਸ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਇੱਕ ਵਾਅਦਾ ਕੀਤਾ ਸੀ। ਵਾਅਦਾ ਇਹ ਕੀਤਾ ਸੀ ਜਿਹੜੇ ਇਹ 3 ਥਰਮਲ ਪਲਾਂਟ ਲੱਗੇ ਨੇ, ਇਹਨਾਂ ਨਾਲ ਅਕਾਲੀ ਦਲ BJP ਸਰਕਾਰ ਨੇ ਜੋ ਸਮਝੌਤੇ ਕੀਤੇ ਨੇ ਉਹ ਸਮਝੌਤੇ ਲੋਕ ਵਿਰੋਧੀ ਨੇ। ਕਿਉਂ ਲੋਕ ਵਿਰੋਧੀ ਨੇ? ਕਿਉਂਕਿ ਜਿਹੜੀ ਬਿਜਲੀ ਸਾਨੂੰ 3 ਥਰਮਲ ਪਲਾਂਟਾਂ ਤੋਂ ਮਿਲਦੀ ਹੈ ਉਹ ਮਹਿੰਗੀ ਹੈ। ਜੇਕਰ ਅਸੀਂ ਜ਼ਰੂਰਤ ਦੇ ਮੁਤਾਬਕ ਉਹ ਬਿਜਲੀ ਸੈਂਟਰਲ ਗ੍ਰਿਡ ਚੋਂ ਖਰੀਦਣੀ ਹੋਵੇ ਫਿਰ ਸਸਤੀ ਪੈ ਸਕਦੀ ਹੈ। ਜਿਹਦਾ ਮੇਨਾ ਇਹ ਹੋਇਆ ਕਿ ਜੇ ਇਹ 3 ਥਰਮਲ ਪਲਾਂਟਾਂ ਨਾਲ ਸਮਝੌਤੇ ਰੱਦ ਕੀਤੇ ਜਾਣ ਜਿੱਥੋਂ ਸਾਨੂੰ ਬਿਜਲੀ ਮਹਿੰਗੇ ਭਾਅ ਤੇ ਮਿਲਦੀ ਹੈ ਤਾਂ ਫਿਰ ਪੰਜਾਬ ਦੇ ਲੋਕਾਂ ਨੂੰ ਇੱਕ ਬਹੁਤ ਵੱਡਾ ਰਿਲੀਫ ਦਿੱਤਾ ਜਾ ਸਕਦਾ। ਸੋ ਪੰਜਾਬ ਦੇ ਲੋਕਾਂ ਨਾਲ ਕਾਂਗਰਸ ਨੇ ਸਸਤੀ ਬਿਜਲੀ ਦਾ ਵਾਅਦਾ ਕੀਤਾ ਜੀ। ਸਸਤੀ ਬਿਜਲੀ ਦਾ ਵਾਅਦਾ ਕਰਨ ਦੇ ਨਾਲ ਇਹ ਕਿਹਾ ਕਿ ਅਕਾਲੀ BJP ਸਰਕਾਰ ਦੁਆਰਾ ਇਹਨਾਂ 3 ਥਰਮਲ ਪਲਾਂਟਾਂ ਦੀਆਂ ਕੰਪਨੀਆਂ ਨਾਲ ਕੀਤੇ ਹੋਏ ਸਮਝੌਤਿਆਂ ਨੂੰ ਰੱਦ ਕਰਾਂਗੇ, ਪੰਜਾਬ ਦੇ ਲੋਕਾਂ ਨੂੰ ਸਸਤੀ ਬਿਜਲੀ। ਸੋ ਇਹ ਵਾਅਦਾ ਸੀਗਾ, ਪਰ ਇਸ ਵਾਅਦੇ ਤੇ ਕੋਈ ਪ੍ਰੋਗਰੈਸ ਨਹੀਂ ਹੋਈ, ਕੋਈ ਸਮਝੌਤੇ ਰੱਦ ਨਹੀਂ ਹੋਏ, ਕੋਈ ਸਮਝੌਤੇ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਨਹੀਂ ਹੋਈ ਹੈ ਜੀ। ਇਹ ਵੀ ਤੁਹਾਨੂੰ ਮੈਂ ਨਾਲ ਦੱਸਦਾ ਜਾਵਾਂ ਕਿ ਆਮ ਤੁਹਾਡੇ ਸਰੋਤਿਆਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ। ਕੋਈ ਨਾ ਕੁਹਾੜਾ ਮਾਰਨ ਵਾਲੀ ਗੱਲ ਨਹੀਂ ਹੈਗੀ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਹਾਂ। ਉਹ ਇਹ ਨਹੀਂ ਕਿ ਲਓ ਜੀ ਆਹ ਫਾਈਲ
ਸੰਬੰਧਿਤ ਮੰਤਰਾਲੇ ਨੇ ਮੂਵ ਕਰਤੀ, ਮੁੱਖ ਮੰਤਰੀ ਸਾਹਿਬ ਨੇ ਸਾਈਨ ਕਰਤੇ, ਐਗਰੀਮੈਂਟ ਰੱਦ ਹੋ ਗਈ। ਏਦਾਂ ਨਹੀਂ ਹੁੰਦਾ। ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਜਾਂ ਉਹਨਾਂ ਦੇ ਧੜੇ ਦੇ ਵੱਲੋਂ ਜਾਂ ਸਰਕਾਰ ਦੇ ਵੱਲੋਂ ਲੋਕਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਚੱਕਤਾ ਜੀ ਕੰਮ, ਅੱਜ ਕਰਤਾ ਕੰਮ, ਸਾਰਾ ਕੁਝ ਜਿਸ ਤਰੀਕੇ ਨਾਲ ਦਰਸਾਉਣ ਦੀ ਕੋਸ਼ਿਸ਼ ਕੀਤੀ ਨਹੀਂ, ਉਸ ਤਰੀਕੇ ਨਾਲ ਰੱਦ ਨਹੀਂ ਹੋਣ ਰਿਹਾ। ਨਹੀਂ, ਮੈਂ ਦੋਨੋਂ ਗੱਲਾਂ ਇੱਧਰ ਆਵਾਂਗਾ। ਜਿਹੜੀ ਤੁਸੀਂ ਗੱਲ ਕਹਿੰਦੇ ਹੋ ਮੈਂ ਉੱਥੇ ਹੀ ਆਵਾਂਗਾ। ਮੈਂ ਤਾਂ ਪਹਿਲਾਂ ਤਾਂ ਇਹ ਕਹਿਣਾ ਚਾਹੁੰਦਾ ਕਿ ਜਦੋਂ ਪਾਰਟੀਆਂ ਲੋਕਾਂ ਨਾਲ ਵਾਅਦਾ ਕਰਦੀਆਂ ਨੇ ਨਾ, ਉਹ ਵਾਅਦਾ ਬੜਾ ਹਾਈਪਰਬੋਲਿਕ ਹੁੰਦਾ ਹੈ, ਉਹਦੇ 'ਚ ਬਹੁਤ ਵੱਡੀ ਬਿਆਨਬਾਜ਼ੀ ਸ਼ਾਮਿਲ ਹੁੰਦੀ ਹੈ। ਉਸ ਵਾਅਦੇ ਵਿੱਚ ਆਮ ਵਿਅਕਤੀਆਂ ਨੂੰ ਉਹਦੇ ਪਿੱਛੇ ਜਿਹੜੇ ਅਸਲੀ ਹਾਲਾਤ ਨੇ, ਕਾਨੂੰਨੀ ਪੇਚੀਦਗੀਆਂ ਨੇ, ਜਿਹੜੀਆਂ ਸੰਭਾਵਨਾਵਾਂ ਨੇ, ਉਹ ਆਮ ਵਿਅਕਤੀ ਨੂੰ ਸਮਝ ਨਹੀਂ ਆਉਂਦੀਆਂ। ਸੋ ਇਹ ਵਾਅਦਾ ਸੀ, ਇਹ ਪ੍ਰੋਮਿਸ ਸੀਗਾ ਜੀ। ਅੱਛਾ, ਹੁਣ ਰਹੀ ਗੱਲ, ਆਮ ਵਿਅਕਤੀ ਨੂੰ ਕਦੇ ਇਹ ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਜਿਹੜੇ ਅਕਾਲੀ ਦਲ ਬੀਜੇਪੀ ਸਰਕਾਰ ਨੇ 3 ਪ੍ਰਾਈਵੇਟ ਕੰਪਨੀਆਂ ਨਾਲ 3 ਥਰਮਲ ਪਲਾਂਟ ਲਾਉਣ ਲਈ ਐਗਰੀਮੈਂਟ ਕੀਤੇ, ਉਹਦੀਆਂ ਪ੍ਰੋਵੀਜ਼ਨਸ ਕੀ ਨੇ, ਉਹ 'ਚ ਕਿਸ ਚੀਜ਼, ਉਹਦੇ ਚੋਂ ਨਿਕਲਣ ਦੀ ਕੋਈ ਰਸਤਾ ਹੈਗਾ ਜੀ? ਆਮ ਕੀ ਹੈ, ਜੇ ਅਸੀਂ ਆਮ ਭਾਸ਼ਾ ਵਿੱਚ ਆਪਣੇ ਸਰੋਤਿਆਂ ਨੂੰ ਗੱਲ ਦੱਸੀਏ, ਜਦੋਂ ਤੁਸੀਂ ਕੋਈ ਸਮਝੌਤਾ ਕਿਸੇ ਨਾਲ ਕਰਦੇ ਹੋ, ਜਿਹਨੂੰ ਆਪਾਂ ਐਗਰੀਮੈਂਟ ਕਹਿੰਦੇ ਆ, ਫਿਰ ਜਿਹੜੀਆਂ ਚੀਜ਼ਾਂ ਉਸ ਸਮਝੌਤੇ ਵਿੱਚ ਸ਼ਾਮਲ ਕਰ ਲਈਆਂ ਗਈਆਂ ਨੇ, ਫਿਰ ਕਾਨੂੰਨੀ ਤੌਰ ਤੇ ਉਹਨਾਂ ਚੀਜ਼ਾਂ ਚੋਂ ਭੱਜਣਾ ਬਹੁਤ ਔਖਾ ਹੋ ਜਾਂਦਾ ਹੈ ਜੀ। ਇੱਕ ਤੁਹਾਨੂੰ ਮੈਂ ਹੋਰ ਦੱਸ ਦਿਆਂ, ਇਹ ਵੀ ਪੰਜਾਬ ਦੇ ਲੋਕਾਂ ਨੂੰ, ਸਰੋਤਿਆਂ ਨੂੰ ਗੱਲ ਦੱਸਣੀ ਬਹੁਤ ਜ਼ਰੂਰੀ ਹੈ ਕਿ ਦੇਖੋ, ਜਦੋਂ ਪ੍ਰਾਈਵੇਟ ਕੰਪਨੀਆਂ ਇਹੋ ਜਿਹੇ ਸਮਝੌਤੇ ਕਰਦੀਆਂ ਨੇ, ਉਹਨਾਂ ਕੋਲ ਬੜੇ ਸਿਆਣੇ ਵਕੀਲ ਹੁੰਦੇ ਨੇ। ਏਦਾਂ ਨਹੀਂ ਕੰਪਨੀਆਂ ਸਮਝੌਤੇ ਕਰਦੀਆਂ ਕਿ ਬਿਨਾਂ ਕਾਨੂੰਨੀ ਮਾਹਰਾਂ ਦੀ ਰਾਏ ਲੈ ਬਿਨਾਂ ਕੋਈ ਸਮਝੌਤਾ ਕਰ ਲਓ। ਸੋ ਜਿਹੜਾ ਡਰਾਫਟ ਬਣਦਾ ਹੈ, ਉਹ ਆਪਣੇ ਜਿਹੜੇ ਉਹਨਾਂ ਦੇ ਲੀਗਲ ਮਾਹਰ ਨੇ, ਕਾਨੂੰਨੀ ਮਾਹਰ ਨੇ, ਉਹਨਾਂ ਨੂੰ ਦਿਖਾਉਂਦੀਆਂ ਨੇ, ਜਿਹਨੂੰ ਕਹਿੰਦੇ ਨੇ ਅੰਗਰੇਜ਼ੀ, ਉਹਦੀ ਵੈਟਿੰਗ ਕਰਾਉਂਦੀਆਂ ਨੇ। ਸੋ ਮੈਂ ਬਿਨਾਂ ਕਾਨੂੰਨ ਜਿਹੜੇ ਐਗਰੀਮੈਂਟ ਹੋਏ ਨੇ ਉਹਨਾਂ ਨੂੰ ਪੜ੍ਹੇ ਨਿਗਾਹ ਮਾਰੇ ਤੁਹਾਨੂੰ ਇਹ ਕਹਿ ਸਕਦਾ ਕਿ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਸਮਝੌਤੇ ਕੀਤੇ ਨੇ, ਉਹ ਕਾਨੂੰਨੀ ਪੱਖੋਂ, ਕਾਨੂੰਨ ਪੱਖੋਂ ਬਹੁਤ ਮਜ਼ਬੂਤ ਹੋਣਗੀਆਂ, ਕੰਪਨੀਆਂ ਦੇ ਹੱਕ ਵਿੱਚ ਹੋਣਗੀਆਂ। ਬਿਲਕੁਲ। ਅੱਛਾ, ਇਹਨਾਂ ਦੇ ਹੁੰਦਿਆਂ ਹੋਇਆਂ ਕਾਂਗਰਸ ਪਾਰਟੀ ਨੇ ਸਰਕਾਰ ਬਣਨ ਤੋਂ ਪਹਿਲਾਂ ਵਾਅਦਾ ਕੀਤਾ, ਇਹ ਵੀ ਸੱਚ ਹੈ। ਜੇ ਇਹਨਾਂ ਨੇ ਵਾਅਦਾ ਕੀਤਾ, ਫਿਰ ਨੈਤਿਕ ਤੌਰ ਤੇ ਇਹਨਾਂ ਦਾ ਫਰਜ਼ ਬਣ ਜਾਂਦਾ ਕਿ ਇਹਨਾਂ ਨੇ ਘੱਟੋ ਘੱਟ ਉਹ ਜਿਹੜੇ ਐਗਰੀਮੈਂਟ ਅਕਾਲੀ ਦਲ ਬੀਜੇਪੀ ਸਰਕਾਰ ਨੇ ਕੀਤੇ ਨੇ, ਜਿਨ੍ਹਾਂ ਨੂੰ ਇਹ ਲੋਕ ਵਿਰੋਧੀ ਕਹਿੰਦੇ ਰਹੇ ਨੇ, ਉਹਦਾ ਇਹਨਾਂ ਨੂੰ ਗਿਆਨ ਹੋਵੇ, ਇਸ ਗੱਲ ਦੀ ਆਸ ਕੀਤੀ ਜਾਂਦੀ ਹੈ। ਉਹਦਾ ਗਿਆਨ ਹੁੰਦਿਆਂ ਹੋਇਆਂ ਫਿਰ ਇਹਨਾਂ ਨੇ ਇਸ ਗੱਲ ਦੀ ਵੀ ਕਲਪਨਾ ਕੀਤੀ ਹੋਣੀ ਹੈ, ਵਿਜ਼ੂਅਲਾਈਜੇਸ਼ਨ ਕੀਤੀ ਹੋਣੀ ਹੈ ਕਿ ਇਹ ਸਮਝੌਤੇ ਜਿਹੜੇ ਸਰਕਾਰ ਨੇ ਕੀਤੇ ਨੇ ਨਾ, ਅਕਾਲੀ ਦਲ ਬੀਜੇਪੀ ਸਰਕਾਰ ਨੇ ਕੀਤੇ ਨੇ। ਹੁਣ ਨਵੀਂ ਸਰਕਾਰ ਆ ਗਈ, ਇੱਕ ਸਰਕਾਰ ਸਮਝੌਤਾ ਕਰਕੇ ਦੂਜੀ ਜਿਹੜੀ ਨਵੀਂ ਬਦਲੀ ਸਰਕਾਰ ਭੱਜ ਸਕਦੀ ਹੈ ਕਿ ਨਹੀਂ? ਪਹਿਲਾਂ ਹੀ ਇਹੋ ਜਿਹੀਆਂ ਗੱਲਾਂ ਅਸੀਂ ਜਾਣਦੇ ਹਾਂ ਕਿ ਭੱਜਣਾ ਔਖਾ ਹੋ ਜਾਂਦਾ। ਜੇ ਫਿਰ ਵੀ ਵਾਅਦਾ ਕੀਤਾ, ਫਿਰ ਕਾਂਗਰਸ ਪਾਰਟੀ ਨੂੰ, ਕਾਂਗਰਸ ਦੀ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਕਿ ਕਿਸ ਗੱਲ ਆਧਾਰ ਤੇ ਉਹਨਾਂ ਨੇ ਵਾਅਦਾ ਕੀਤਾ। ਸੋ ਮੈਂ ਤੁਹਾਨੂੰ ਹੁਣ ਤੱਕ ਇੰਨੀ ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਵਾਅਦੇ ਹੋਰ ਚੀਜ਼ ਹੁੰਦੇ ਨੇ, ਜਿਹੜੇ ਤੁਸੀਂ ਐਗਰੀਮੈਂਟ ਸਾਈਨ ਕਰਦੇ ਹੋ ਉਹਨਾਂ ਨੂੰ ਰੱਦ ਕਰਨਾ ਹੋਰ ਚੀਜ਼ ਹੈ ਜੀ। ਹੁਣ ਗੱਲ ਕਰੀਏ ਜਿੱਥੋਂ ਤੁਸੀਂ ਗੱਲ ਸ਼ੁਰੂ ਕੀਤੀ ਹੈ ਵੀ ਇਸ ਵੇਲੇ ਗੱਲ ਕਿੱਥੇ ਖੜੀ ਆ, ਜਿਹੜਾ ਤੁਸੀਂ ਮੈਨੂੰ ਸਵਾਲ ਪੁੱਛਿਆ। ਅਖਬਾਰਾਂ 'ਚ ਪਹਿਲੀ ਚੀਜ਼ ਇਹ ਹੈ, ਬਿਜਲੀ ਸਮਝੌਤੇ 3 ਕੰਪਨੀਆਂ ਨਾਲ ਅਕਾਲੀ ਬੀਜੇਪੀ ਸਰਕਾਰ ਦੁਆਰਾ ਸਾਈਨ ਕੀਤੇ ਹੋਏ ਸਮਝੌਤਿਆਂ ਨੂੰ ਰੱਦ ਕਰਨ ਵਾਲੀ ਗੱਲ ਇੱਕ ਬਹੁਤ ਮਹੱਤਵਪੂਰਨ ਗੱਲ ਹੈ। ਇਹ ਪੰਜਾਬ ਦੇ ਹਰ ਵਰਗ ਲਈ ਇਹਨਾਂ ਸਮਝੌਤਿਆਂ ਦਾ ਬਹੁਤ ਵੱਡਾ ਮੀਨਿੰਗ ਹੈ। ਇਸ ਕਰਕੇ ਮੀਨਿੰਗ ਹੈ, ਜੇਕਰ ਵਾਕਿਆ ਹੀ ਇਹ ਸਮਝੌਤੇ ਰੱਦ ਹੋ ਜਾਂਦੇ ਨੇ ਤੇ ਪੰਜਾਬ ਦੀ ਸਰਕਾਰ ਲੋੜੀਂਦੀ ਬਿਜਲੀ ਸੈਂਟਰਲ ਗ੍ਰਿਡ ਵਿੱਚੋਂ ਸਸਤੇ ਭਾਅ ਤੇ ਖਰੀਦ ਲੈਂਦੀ ਹੈ, ਫਿਰ ਇਸ ਗੱਲ ਦੀ ਆਸ ਕੀਤੀ ਜਾਂਦੀ ਹੈ ਕਿ ਪੰਜਾਬ ਦੇ ਉਦਯੋਗਪਤੀਆਂ ਨੂੰ, ਪੰਜਾਬ ਦੇ ਘਰੇਲੂ ਖਪਤਕਾਰਾਂ ਨੂੰ ਪੰਜਾਬ ਦੀ ਸਰਕਾਰ ਸਸਤੇ ਭਾਅ ਤੇ ਬਿਜਲੀ ਦੇਵੇ। ਤੇ ਜੇ ਇਸ ਕਿਸਮ ਦੀ ਰਿਆਇਤ ਪੰਜਾਬ ਦੇ ਲੋਕਾਂ ਨੂੰ ਇਸ ਸਟੇਜ ਤੇ ਦਿੱਤੀ ਜਾਂਦੀ ਹੈ, ਇਹ 2022 ਦੀ ਇਲੈਕਸ਼ਨ ਲਈ ਪੰਜਾਬ ਦੀ ਮੌਜੂਦਾ ਸਰਕਾਰ ਲਈ ਬਹੁਤ ਵੱਡੀ ਚੀਜ਼ ਹੋਏਗੀ। ਸੋ ਇਸ ਕਰਕੇ ਇਹ ਬਹੁਤ ਵੱਡੀ ਚੀਜ਼ ਹੈ, ਇਲੈਕਸ਼ਨ ਪੱਖੋਂ ਬਹੁਤ ਵੱਡੀ ਚੀਜ਼ ਹੈ। ਸ਼ਾਇਦ ਇਸੇ ਕਰਕੇ ਹੀ ਜਿਹੜਾ 18 ਨਕਾਤੀ ਪ੍ਰੋਗਰਾਮ ਦੀ ਗੱਲ ਅਸੀਂ ਬਾਰ-ਬਾਰ ਕਰਦੇ ਹਾਂ, ਜਿਹੜਾ 18 ਨਕਾਤੀ ਪ੍ਰੋਗਰਾਮ ਸੈਂਟਰਲ ਹਾਈ ਕਮਾਂਡ ਨੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ, ਕੈਪਟਨ ਸਰਕਾਰ ਨੂੰ ਦਿੱਤਾ, ਉਹਨਾਂ ਵਿੱਚ ਚਲੋ ਸਭ ਤੋਂ ਖੈਰ ਵੱਡਾ ਮੁੱਦਾ ਤੇ ਬੇਅਦਬੀ ਦਾ, ਬਰਗਾੜੀ ਦਾ, ਪਰ ਉਦੋਂ ਹਟ ਕੇ ਜੇ ਅਸੀਂ ਸੋਚੀਏ ਬਿਜਲੀ ਦਾ ਮੁੱਦਾ ਬਹੁਤ ਵੱਡਾ ਮੁੱਦਾ। ਹਾਂ, ਹੁਣ ਪੰਜਾਬ ਦੇ ਨਾਗਰਿਕ ਦੇ ਨਾਲ, ਗਰੀਬ ਦੇ ਨਾਲ, ਵਪਾਰੀ ਦੇ ਨਾਲ, ਕਿਸਾਨ ਦੇ ਨਾਲ, ਅਮੀਰ, ਹਰੇਕ ਬੰਦੇ ਨਾਲ ਜੁੜਿਆ ਹੋਇਆ।
ਮਤਲਬ ਗਰੀਬ ਤੋਂ ਗਰੀਬ ਨੂੰ, ਅਮੀਰ ਤੋਂ ਅਮੀਰ ਨੂੰ ਇਹ ਜਿਹੜਾ ਮੁੱਦਾ ਉਹ ਛਾਉਂਦਾ ਹੈ, ਵਾਲੇ ਵਿਅਕਤੀ ਨੂੰ ਬਿਜਲੀ ਚਾਹੀਦੀ ਹੈ। ਚਾਹੀਦੀ ਹੈਗੀ ਹੈ। ਸੋ ਇਸ ਕਰਕੇ ਇਸੇ ਕਰਕੇ ਸ਼ਾਇਦ 18 ਅਨੁਪਾਤੀ ਪ੍ਰੋਗਰਾਮ ਚ ਪਾਇਆ, ਇਸੇ ਕਰਕੇ ਸ਼ਾਇਦ ਥੋੜੀ ਬਹੁਤੀ ਪ੍ਰੋਗਰੈਸ ਇਸ ਮੁੱਦੇ ਤੇ ਹੋਈ ਹੈ। ਹੁਣ ਤੁਹਾਨੂੰ ਦੱਸਾਂ ਪ੍ਰੋਗਰੈਸ ਹੋਈ ਕੀ ਹੈ। ਦੇਖੋ ਅਖਬਾਰਾਂ ਚ ਆ ਰਿਹਾ ਕਿ ਜੀ ਆਪਣਾ ਪੰਜਾਬ ਸਰਕਾਰ 3 ਪ੍ਰਾਈਵੇਟ ਕੰਪਨੀਆਂ ਨਾਲ ਸਾਈਨ ਕੀਤੇ ਹੋਏ ਜਿਹੜੇ ਐਗਰੀਮੈਂਟਸ ਨੇ ਉਹਨਾਂ ਨੂੰ ਰੱਦ ਕਰਨ ਵਾਲੇ ਪਾਸੇ ਤੁਰ ਪਈ ਹੈ। ਆਪਾਂ ਆਪਣੇ ਸਰੋਤਿਆਂ ਨੂੰ ਇਹ ਗੱਲ ਦਸੀਏ ਕਿ ਇਹ ਕੋਈ ਇੱਥੇ ਗੱਲ ਨਹੀਂ ਪਹੁੰਚ ਗਈ ਕਿ ਜੀ ਮਤਲਬ ਕੈਪਟਨ ਅਮਰਿੰਦਰ ਸਿੰਘ ਦੀ ਨੇ ਐਜ਼ ਚੀਫ ਮਿਨਿਸਟਰ ਸਾਈਨ ਕਰ ਦਿੱਤੇ ਨੇ ਤੇ ਕੱਲ ਨੂੰ ਜਾਂ ਪਰਸੋਂ ਨੂੰ ਸਮਝੌਤੇ ਰੱਦ ਹੋ ਜਾਣਗੇ। 3 ਮੈਂਬਰੀ ਕਮੇਟੀ ਬਾਰੇ ਵੀ ਅਸੀਂ ਸੁਣ ਰਹੇ ਹਾਂ। 3 ਮੈਂਬਰੀ ਕਮੇਟੀ ਕਾਹਦੀ ਬਣੀ? 3 ਮੈਂਬਰੀ ਕਮੇਟੀ ਨੇ ਪੰਜਾਬ ਸਰਕਾਰ ਨੂੰ ਆਪਣਾ ਲੀਗਲ ਓਪੀਨੀਅਨ ਦਿੱਤਾ ਹੋਣਾ ਹੈ ਕਿ ਜਿਹੜੇ ਅਸੀਂ ਐਗਰੀਮੈਂਟ ਸਾਈਨ ਕੀਤੇ ਨੇ ਉਹਨਾਂ ਐਗਰੀਮੈਂਟਾਂ ਦੇ ਹੁੰਦਿਆਂ ਹੋਇਆਂ ਕੀ ਪੰਜਾਬ ਦੀ ਸਰਕਾਰ ਇਹਨਾਂ 3 ਕੰਪਨੀਆਂ ਨਾਲ ਕੀਤੇ ਹੋਏ ਐਗਰੀਮੈਂਟ ਤੋਂ ਭੱਜ ਸਕਦੀ ਹੈ ਜੀ। ਸੋ ਲੱਗਦਾ ਇਹ ਹੈ ਜਿਵੇਂ ਇਹ ਵੀ ਗੱਲ ਆ ਰਹੀ ਸੀਗੀ। ਦੇਖੋ ਇਹਨਾਂ ਕੰਪਨੀਆਂ ਨਾਲ ਇਹ ਹੈ ਕਿ ਤੁਸੀਂ 80% 85% ਜਿਹੜੀ ਤੁਹਾਡਾ ਐਗਰੀਮੈਂਟ ਹੋ ਗਿਆ ਉਸ ਹੱਦ ਤੱਕ ਜੇ ਤੁਸੀਂ ਬਿਜਲੀ ਸਪਲਾਈ ਕੀਤੀ ਹੈ ਤੁਹਾਨੂੰ ਪੂਰੀ ਪੇਮੈਂਟ ਹੋ ਜਾਏਗੀ। ਇਹਦਾ ਮਤਲਬ ਇਹ ਕੁਝ ਦਿਨ ਤੁਹਾਨੂੰ ਆਪਣੇ ਪਲਾਂਟਸ ਬੰਦ ਕਰਨ ਦਾ ਅਧਿਕਾਰ ਹੈ ਪਰ ਪੇਮੈਂਟ ਪੂਰੀ ਮਿਲੇਗੀ ਜੀ। ਹੁਣ ਸੁਣਨ ਚ ਆਇਆ ਕਿ ਉਹਨਾਂ ਨੇ ਮਤਲਬ ਪੀਕ ਸੀਜ਼ਨ ਵਿੱਚ ਬੰਦ ਕਰਤਾ। ਹੁਣ ਦੇਖੋ ਜੇ ਪੀਕ ਸੀਜ਼ਨ ਵਿੱਚ ਇਹਨਾਂ ਨੇ ਬਿਜਲੀ ਸਪਲਾਈ ਨਹੀਂ ਕਰਨੀ ਫਿਰ ਅਸੀਂ ਥਰਮਲ ਪਲਾਂਟਾਂ ਤੋਂ ਕੀ ਕਰਾਉਣਾ? ਪਰ ਹੋ ਸਕਦਾ ਹੈ ਕਾਨੂੰਨੀ ਪੱਖੋਂ ਇਹਨਾਂ ਨੇ ਆਪਣਾ ਬਚਾਅ ਕਰ ਲਿਆ ਹੋਵੇ ਕਿ ਐਗਰੀਮੈਂਟ 'ਚ ਇਹ ਗੱਲ ਲਿਖ ਦਿੱਤੀ ਗਈ ਹੋਵੇ ਕਿ ਪੀਕ ਸੀਜ਼ਨ ਦਾ ਕੋਈ ਜ਼ਿਕਰ ਨਾ ਹੋਵੇ ਕਿ ਭਾਈ ਅਸੀਂ 100 ਚੋਂ 80 ਦਿਨ ਅਸੀਂ ਪਰ ਪਲਾਂਟ ਚਲਾਉਣੇ ਨੇ, 20 ਦਿਨ ਅਸੀਂ ਬੰਦ ਰੱਖ ਸਕਦੇ ਹਾਂ। ਹੁਣ ਜੇ ਤੁਸੀਂ ਜਿਹੜੇ 20 ਬੰਦ ਰੱਖ ਸਕਦੇ ਹੋ ਤਾਂ ਪੀਕ ਸੀਜ਼ਨ 'ਚ ਬੰਦ ਰੱਖ ਲਵੋ। ਕਾਨੂੰਨੀ ਇਸ ਸੰਬੰਧ ਵਿੱਚ ਜਿਹੜਾ ਐਗਰੀਮੈਂਟ ਸਾਈਨ ਕੀਤਾ ਉਹ ਕੀ ਕਹਿੰਦਾ, ਇਹ ਬਹੁਤ ਵੱਡੀ ਗੱਲ ਹੈ। ਸੋ ਸੁਣਨ 'ਚ ਇਹ ਆਇਆ ਕਿ 3 ਮੈਂਬਰੀ ਕਮੇਟੀ ਦੀ ਪੜਚੋਲ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਆਗਿਆ ਦੇ ਦਿੱਤੀ ਹੈ। ਕਿਸ ਗੱਲ ਦੀ ਆਗਿਆ ਦੇ ਦਿੱਤੀ ਹੈ? ਇਹਨੂੰ ਅਸੀਂ ਐਗਰੀਮੈਂਟ ਰੱਦ ਕਰਨਾ ਸ਼ਬਦ ਯੂਜ਼ ਕਰੀਏ ਉਹ ਅਤਿਖਤ ਨਹੀਂ ਹੋਏਗੀ, ਐਗਜ਼ੈਜਰੇਸ਼ਨ ਹੋਏਗੀ। ਕਾਹਦੀ ਆਗਿਆ ਦਿੱਤੀ ਹੈ ਕਿ 3 ਕੰਪਨੀਆਂ ਨੂੰ ਲੀਗਲ ਨੋਟਿਸ ਇਸ਼ੂ ਕੀਤਾ ਜਾਵੇ। ਹੁਣ ਲੀਗਲ ਨੋਟਿਸ ਕਾਹਦਾ ਹੈ ਕਿ ਜੀ ਤੁਸੀਂ ਪੀਕ ਸੀਜ਼ਨ ਵਿੱਚ ਪਲਾਂਟ ਕਿਉਂ ਬੰਦ ਰੱਖੇ? ਬਿਲਕੁਲ ਜੀ। ਜਾਂ ਤੁਸੀਂ ਵੱਧ ਭਾਅ ਤੇ ਸੈਂਟੀਗ੍ਰੇਡ ਤੋਂ ਵੱਧ ਭਾਅ ਤੇ ਬਿਜਲੀ ਕਿਉਂ ਸਪਲਾਈ ਕਰਦੇ ਹੋ ਜੀ? ਉਹ ਜੇ ਫਾਰ ਐਗਜ਼ਾਮਪਲ ਐਗਰੀਮੈਂਟ 'ਚ ਲਿਖਿਆ ਹੈ ਕਿ ਭਾਈ ਸੈਂਟਰਲ ਗ੍ਰਿਡ ਵਿੱਚ ਪ੍ਰਾਈਸ ਜੋ ਮਰਜ਼ੀ ਹੋਣ, ਸਾਡਾ ਤੇ ਭਾਅ ਆ ਹੋਏਗਾ, ਫਿਰ ਕਾਨੂੰਨੀ ਤੌਰ ਤੇ ਤੁਸੀਂ ਉਹਨਾਂ ਕੰਪਨੀਆਂ ਦਾ ਕੁਝ ਨਹੀਂ ਕਰ ਸਕਦੇ। ਸੋ ਇਸ ਕਰਕੇ ਆਧਾਰ ਕਹਿੰਦੇ ਇਸ ਚੀਜ਼ ਨੂੰ ਬਣਾਇਆ ਗਿਆ ਕਿ ਪਿਛਲੇ 36 ਮਹੀਨਿਆਂ ਦੇ ਦੌਰਾਨ, ਪਿਛਲੇ 12 ਮਹੀਨਿਆਂ ਦੇ ਵਿੱਚ ਜੇਕਰ ਤੁਸੀਂ ਨਹੀਂ ਬਿਜਲੀ ਦਿੰਦੇ ਤਾਂ ਉਹਦੇ ਵਿੱਚ ਉਹਨੂੰ ਆਧਾਰ ਬਣਾ ਕੇ ਜਿਹੜਾ ਉਹਨਾਂ ਨੇ ਨੋਟਿਸ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਕਹਿੰਦੇ ਦੇਖੋ ਜੇ ਉਹਨਾਂ ਨੇ ਪਹਿਲੀ ਚੀਜ਼ ਇਹ ਤਾਂ ਬੜੀ ਕਲੀਅਰਲੀ ਸਾਨੂੰ ਪਤਾ ਹੈ ਕਿ ਐਗਰੀਮੈਂਟ ਵਿੱਚ ਉੱਥੇ ਇਹ ਨਹੀਂ ਹੈਗਾ ਕਿ 100% ਹੀ 80% 85% ਸਪਲਾਈ ਕਰਕੇ 100% ਪੇਮੈਂਟ ਵਾਲੀ ਗੱਲ ਸੀਗੀ। ਜੇ ਉੱਥੋਂ ਅੱਗੇ ਉਹਨਾਂ ਨੇ ਆਪਣਾ 91 ਦਿਨਾਂ ਦੀ ਛੋਟ ਵੀ ਦੱਸੀ ਗਈ ਹੈ, ਜਿਹੜੀਆਂ ਆਪਾਂ ਦਰਸ਼ਕਾਂ ਨੂੰ ਦਿਖਾ ਰਹੇ ਹਾਂ, ਜਿਹੜੀਆਂ ਗ੍ਰਾਫਿਕਸ ਸਪੀਡ ਚੱਲ ਰਹੀਆਂ ਨੇ ਉਹਦੇ ਵਿੱਚ ਇਹ ਜਾਣਕਾਰੀ ਦਿੱਤੀ ਗਈ 91 ਦਿਨਾਂ ਤੱਕ ਛੋਟ ਹੈ। ਜੇਕਰ ਤੁਸੀਂ 91 ਦਿਨ ਉਹਨਾਂ ਨੂੰ ਬਿਜਲੀ ਨਹੀਂ ਦਿੰਦੇ, ਬਿਜਲੀ ਜਿਹੜਾ ਪ੍ਰਾਈਵੇਟ ਕੰਪਨੀਆਂ ਨੇ ਜੇਕਰ 91 ਦਿਨ ਬਿਜਲੀ ਨਹੀਂ ਦਿੰਦਾ ਉਹਨਾਂ ਤੋਂ ਉੱਥੋਂ ਤੱਕ ਛੋਟ ਹੈ ਉਹਨਾਂ ਨੂੰ। ਬਿਲਕੁਲ ਹੈਗੀ ਹੈ। ਇਸੇ ਕਰਕੇ ਪਿਛਲੇ ਦਿਨਾਂ 'ਚ ਅਖਬਾਰਾਂ 'ਚ ਆਉਂਦਾ ਰਿਹਾ ਕਿ ਇੰਨੇ 600 ਕਰੋੜ ਇਹਨਾਂ ਕੰਪਨੀਆਂ ਨੂੰ ਬਿਨਾਂ ਬਿਜਲੀ ਸਪਲਾਈ ਕੀਤੇ, ਜਾਣੀ ਕਿ ਪੰਜਾਬ ਸਰਕਾਰ ਨੇ ਬਿਜਲੀ ਕੰਜ਼ਿਊਮ ਨਹੀਂ ਕੀਤੀ ਪਰ ਪੇਮੈਂਟ ਕਰਨੀ ਪਈ ਜੀ। ਅੱਛਾ, ਹੁਣ ਜਿਹੜੀ ਤੁਸੀਂ 91 ਦਿਨ ਦੀ ਗੱਲ ਕਰਦੇ ਹੋ, ਜਿਹੜਾ ਪੈਡੀ ਦਾ ਪੀਕ ਸੀਜ਼ਨ ਹੈ ਉਦੋਂ ਪੰਜਾਬ ਵਿੱਚ ਬਿਜਲੀ ਦੀ ਖਪਤ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਲਗਭਗ ਪੰਜਾਬ ਵਿੱਚ ਬਿਜਲੀ ਦੀ ਖਪਤ ਲਗਭਗ ਡਬਲ ਹੋ ਜਾਂਦੀ ਹੈ, ਪੀਕ ਤੇ ਪਹੁੰਚ ਜਾਂਦੀ ਹੈ। ਤੇ ਜਿਹੜਾ ਉਹ ਪੀਕ ਸੀਜ਼ਨ ਉਹ ਮਹੀਨੇ ਦਾ ਹੁੰਦਾ ਹੈ। ਜੇ 3 ਮਹੀਨੇ ਨਾ ਕੰਪਨੀਆਂ ਨੂੰ ਬੰਦ ਕਰਨ ਦਾ ਅਧਿਕਾਰ ਹੈ ਤੇ ਫਿਰ ਪੀਕ 1 ਮਹੀਨਾ ਇਹਨਾਂ ਨੇ ਬੰਦ ਕਰ ਲਈ ਤੇ ਅਸੀਂ ਕਾਨੂੰਨੀ ਤੌਰ ਤੇ ਇਹਨਾਂ ਦਾ ਕੁਝ ਨਹੀਂ ਕਰ ਸਕਦੇ। ਪੰਜਾਬ ਦਾ ਤਾਂ ਕੁਝ ਨਾ ਸਬਰਿਆ। ਸੋ ਇਸ ਕਰਕੇ ਜਿਹੜੇ 91 ਦਾ ਤੁਸੀਂ ਕਹਿੰਦੇ ਹੋ 3 ਮਹੀਨੇ ਤੋਂ ਵੀ ਵੱਧ ਦਾ ਸਮਾਂ, ਜੇ 3 ਮਹੀਨੇ ਇਹਨਾਂ ਕੰਪਨੀਆਂ ਨੂੰ ਆਪਣੇ ਪਲਾਂਟ ਬੰਦ ਰੱਖਣ ਦੀ ਕਾਨੂੰਨੀ ਪ੍ਰੋਟੈਕਸ਼ਨ ਹੈਗੀ ਹੈ ਕਿਉਂਕਿ ਐਗਰੀਮੈਂਟ 'ਚ ਉਸ ਗੱਲ ਦੀ ਪ੍ਰੋਵੀਜ਼ਨ ਹੈਗੀ ਹੈ, ਫਿਰ ਅਸੀਂ ਇਹਨਾਂ ਕੰਪਨੀਆਂ ਦਾ ਕੀ ਵਿਗਾੜ ਸਕਦੇ ਹਾਂ? ਇਹ ਤੇ ਠੀਕ ਹੈ ਜੀ, ਅਸੀਂ ਜਦੋਂ ਮਰਜ਼ੀ ਚਾਹੀਏ ਅਸੀਂ 31 ਦਿਨ ਬੰਦ ਰੱਖ ਸਕਦੇ ਹਾਂ, 91 ਦਿਨ ਬੰਦ ਰੱਖ ਸਕਦੇ ਹਾਂ, ਅਸੀਂ ਜਦੋਂ ਮਰਜ਼ੀ 91 ਦਿਨ ਬੰਦ ਰੱਖੀਏ। ਸੋ ਇਸ ਕਰਕੇ ਚਾਹੇ ਅੱਛਾ ਮੈਨੂੰ ਇਹ ਲੱਗਦਾ ਹੈ ਕੀ ਲੱਗਦਾ ਹੈ ਕਿ ਜਿਹੜਾ ਏਡਾ ਵੱਡਾ ਵਾਅਦਾ, ਦੇਖੋ
ਜੇ ਪੰਜਾਬ ਦੀ ਸਰਕਾਰ ਨੇ ਇਹਨਾਂ ਤਿੰਨ ਕੰਪਨੀਆਂ ਨਾਲ ਕੀਤੇ ਹੋਏ ਸਮਝੌਤਿਆਂ ਦੇ ਖਿਲਾਫ ਹੁਣ ਤੱਕ ਕੁਝ ਨਹੀਂ ਕੀਤਾ, ਉਹਦੇ ਚੋਂ ਦੋ ਚੀਜ਼ਾਂ ਅਸੀਂ ਕੱਢ ਸਕਦੇ ਹਾਂ। ਪਹਿਲੀ ਚੀਜ਼ ਕੀ ਹੈ ਕਿ ਜੀ ਜਿਵੇਂ ਆਮ ਚਰਚਾ ਹੈਗੀ ਹੈ ਕਿ ਜੀ ਕੈਪਟਨ ਸਾਹਿਬ ਤੇ ਅਕਾਲੀ ਦਲ ਬੀਜੇਪੀ ਸਰਕਾਰ ਦੀ ਇੱਕ ਆਪਣੀ ਅੰਡਰਸਟੈਂਡਿੰਗ ਹੈਗੀ ਆ, ਇਸ ਕਰਕੇ ਜੀ ਇਹ ਤਾਂ ਜਿਹੜੇ ਉਸ ਪੁਰਾਣੀ ਸਰਕਾਰ ਦੇ ਚਹੇਤੇ ਸੀਗੇ ਉਹਨਾਂ ਦੇ ਖਿਲਾਫ ਸਰਕਾਰ ਨਹੀਂ ਕੁਝ ਕਰਨਾ ਚਾਹੁੰਦੀ, ਇਸ ਕਰਕੇ ਕੁਝ ਨਹੀਂ ਹੋਇਆ। ਆਮ ਜਿਹਨੂੰ ਆਪਾਂ ਦੰਦ ਕਥਾ ਕਹਿੰਦੇ ਆ ਉਹ ਇਹ ਹੈ, ਆਮ ਲੋਕਾਂ ਦੇ ਵਿੱਚ ਇਹੀ ਹੈ, ਬਿਲਕੁਲ ਇਹੀ ਹੈ। ਪਰ ਮੈਂ ਪਰਸਨਲੀ ਥੋੜਾ ਜਿਹਾ ਅਲੱਗ ਸੋਚਦਾ। ਮੈਂ ਏਦਾਂ ਸੋਚਦਾ ਕਿ ਜਿਹੜੇ ਐਗਰੀਮੈਂਟਸ ਅਸੀਂ ਕੀਤੇ ਨੇ, ਸ਼ਾਇਦ ਉਹਨਾਂ ਐਗਰੀਮੈਂਟਸ ਤੋਂ ਭੱਜਣਾ ਐਡਾ ਸੌਖਾ ਨਹੀਂ ਹੈਗਾ ਹੈ ਜੀ। ਹੁਣ ਤੁਹਾਨੂੰ ਮੈਂ ਉਦਾਹਰਨ ਦਿੰਦਾ ਕਿ ਕਿਉਂ ਸੌਖਾ ਨਹੀਂ ਹੈਗਾ ਹੈ ਜੀ। ਕਈ ਵਾਰ ਕੀ ਹੁੰਦਾ ਹੈ ਕਿ ਤੁਸੀਂ ਪੰਜਾਬ ਦੀ ਵਿਧਾਨ ਪਾਲਿਕਾ ਇਸ ਗੱਲ ਦੀ ਪਾਵਰ ਰੱਖਦੀ ਹੈ ਕਿ ਤੁਸੀਂ ਉੱਥੇ ਬਣਾ ਕੇ ਲੈ ਜਾਓ ਜੀ, ਤਿੰਨ ਸਮਝੌਤੇ ਰੱਦ ਕਰ ਦਵੋ ਜੀ, ਪਰ ਉਦੋਂ ਬਾਅਦ ਵੀ ਇਹਨਾਂ ਤਿੰਨਾਂ ਕੰਪਨੀਆਂ ਨੂੰ ਪੰਜਾਬ ਦੇ ਸਰਕਾਰ ਦੇ ਖਿਲਾਫ ਕੋਰਟ ਵਿੱਚ ਜਾਣ ਦਾ ਅਧਿਕਾਰ ਬਰਕਰਾਰ ਰਹਿੰਦਾ ਹੈ ਜੀ। ਸੋ ਜੇ ਫਾਰ ਐਗਜ਼ਾਮਪਲ ਤੁਸੀਂ ਉਸ ਤਰ੍ਹਾਂ ਕਰਦੇ ਹੋ ਤੇ ਕੰਪਨੀਆਂ ਲੀਗ ਕਾਨੂੰਨੀ ਤੌਰ ਤੇ ਮਜ਼ਬੂਤ ਨੇ ਤੇ ਫਿਰ ਕੋਰਟ ਚੱਲ ਜਾਣਗੀਆਂ, ਸਟੇ ਮਿਲ ਜਾਏਗਾ ਜਾਂ ਪੰਜਾਬ ਸਰਕਾਰ ਨੂੰ ਪੈਨਲਟੀ ਪੈ ਜਾਏਗੀ, ਸਬਰਿਆ ਤਾਂ ਕੁਛ ਨਾ ਹੈ ਜੀ। ਸੋ ਜੇ ਤੁਸੀਂ ਗੋਂਗਲੂਆਂ ਤੋਂ ਮਿੱਟੀ ਝਾੜਨ ਦੀ ਕੋਸ਼ਿਸ਼, ਯਾਨੀ 18 ਨੁਕਾਤੀ ਏਜੰਡਿਆਂ ਦੇ ਵਿੱਚ ਜਿਹੜੇ ਵਾਅਦੇ ਕਰਕੇ ਇਹ ਆਏ ਸੀਗੇ, ਇਹਨਾਂ ਨੇ ਉਦੋਂ ਬਿਨਾਂ ਦੇਖੇ ਹੀ ਜਾਨੀ ਇਹਨਾਂ ਨੇ ਵਾਅਦਾ ਕਰਤਾ। ਫਿਰ ਇਸੇ ਕਰਕੇ ਨੇ ਇਹੀ ਪੁਆਇੰਟ ਤੇ ਆ ਰਿਹਾ ਸੀਗਾ ਕਿ ਤੁਸੀਂ ਵਾਅਦਾ ਤਾਂ ਕਰਤਾ, ਕਿਉਂਕਿ ਇਹ ਵਾਅਦਾ ਪੰਜਾਬ ਦੀ ਪੀਜੈਂਟਰੀ ਨੂੰ, ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਇੰਡਸਟਰੀਜ਼ ਨੂੰ ਟੱਚ ਕਰਦਾ ਹੈ ਜੀ, ਉਹਨਾਂ ਨੂੰ ਮੂਵ ਕਰਤਾ ਜੀ। ਤੇ ਜਦੋਂ ਤੁਸੀਂ ਵਾਅਦਾ ਕਰ ਰਹੇ ਹੋ, ਤੁਹਾਨੂੰ ਪਤਾ ਹੈ ਕਿ ਵਾਅਦਾ ਹੋਰ ਚੀਜ਼ ਹੈ, ਕਾਨੂੰਨ ਹੋਰ ਚੀਜ਼ ਹੈ ਜੀ। ਤੁਸੀਂ ਵਾਅਦਾ ਕਰਕੇ ਮੁੱਦਾ ਰੇਜ਼ ਕਰਕੇ ਪਾਵਰ ਚ ਆ ਗਏ, ਤੁਸੀਂ ਮੁੜ ਕੇ ਆ ਕੇ ਕਾਨੂੰਨਾਂ ਤੇ ਨਿਗਾਹ ਮਾਰੀ, ਫਿਰ ਦੇਖਿਆ ਵੀ ਭਾਈ ਇਹਨਾਂ ਸਮਝੌਤਿਆਂ ਤੋਂ ਭੱਜਣਾ ਤੇ ਸੌਖਾ ਨਹੀਂ ਹੈਗਾ। ਸੋ ਮੈਨੂੰ ਇਹ ਲੱਗਦਾ ਹੈ ਜਿਹੜੀ 4.5 ਸਾਲ ਇਸ ਮੁੱਦੇ ਤੇ ਕੋਈ ਪ੍ਰੋਗਰੈਸ ਨਹੀਂ ਹੋਈ, ਸ਼ਾਇਦ ਸੀ ਇੱਕ ਹੋਰ ਪਹਿਲੂ ਜਿਹੜਾ ਆਪਾਂ ਅਜੇ ਤੱਕ ਟੱਚ ਨਹੀਂ ਕੀਤਾ, ਜਿਹੜੀ ਬਿਊਰੋਕ੍ਰੇਸੀ ਹੈ ਨਾ, ਬਿਊਰੋਕ੍ਰੇਸੀ ਸਭ ਇਹ ਬੜੀ ਵੱਡੀ ਬਦਮਾਸ਼ੀ ਕਰਨ ਦੀ ਸਮਰੱਥਾ ਰੱਖਦੀ ਹੈ। ਪੋਲੀਟੀਸ਼ੀਅਨਸ ਦੇਖੋ ਨਾ, ਜੇ ਫਾਰ ਐਗਜ਼ਾਮਪਲ ਪਹਿਲੀ ਚੀਜ਼ ਇਹ ਨਹੀਂ ਹੋ ਸਕਦਾ ਕਿ ਉਸ ਵੇਲੇ ਦੀ ਬਿਊਰੋਕ੍ਰੇਸੀ ਦਾ ਇਹਨਾਂ ਤਿੰਨ ਸਮਝੌਤਿਆਂ ਵਿੱਚ ਸ਼ਾਮਲ ਨਾ ਹੋਣ, ਮਤਲਬ ਸ਼ਾਮਲ ਤਾਂ ਹੋਣਗੇ। ਜਿਹੜੀ ਐਕਸਪਰਟੀ, ਜਿਹੜੀ ਕਾਨੂੰਨੀ ਰਾਏ ਹੈ, ਜਿਹੜੀ ਐਕਸਪਰਟੀਜ਼ ਆ, ਉਹ ਤਾਂ ਬਿਊਰੋਕ੍ਰੇਸੀ ਚ ਹੋਣੀ ਹੈ ਨਾ। ਅੱਛਾ, ਹੁਣ ਤੁਸੀਂ ਅਕਾਲੀ ਦਲ ਬੀਜੇਪੀ ਵੇਲੇ ਜਿਹੜੀ ਬਿਊਰੋਕ੍ਰੇਸੀ ਦੇ ਲੋਕ ਸ਼ਾਮਲ ਸੀਗੇ, ਜਾਂ ਕੁਝ ਵੈਸਟਡ ਇੰਟਰਸਟ ਕਰਕੇ, ਇੰਡਸਟਰੀ ਦੇ ਲੋਕਾਂ ਕੋਲ ਤਾਂ ਬੜੀ ਪਾਵਰ ਹੈਗੀ ਆ ਬਿਊਰੋਕ੍ਰੇਸੀ ਦੇ ਲੋਕਾਂ ਨੂੰ ਕਾਬੂ ਕਰਨ ਲਈ, ਸੇ ਫਰਜ਼ ਕੀਤਾ ਕੁਝ ਲੋਕ ਹੈ ਜੀ, ਇਹਨਾਂ ਕੰਪਨੀਆਂ ਨੇ ਕਾਬੂ ਕਰਕੇ ਫਾਇਦਾ ਲੈ ਲਿਆ ਹੈ ਜੀ। ਤੇ ਹੁਣ ਉਹੀ ਲੋਕ ਬਿਊਰੋਕ੍ਰੇਸੀ ਤਾਂ ਪੱਕੇ ਤੌਰ ਤੇ ਉੱਥੇ ਬੈਠੀ ਆ, ਉਹ ਤਾਂ ਨਹੀਂ ਚਾਹਣਗੇ ਕਿ ਬਿਊਰੋਕ੍ਰੇਸੀ ਦੇ ਖਿਲਾਫ ਕੋਈ ਐਕਸ਼ਨ ਹੋਵੇ। ਸੋ ਇਸ ਕਰਕੇ ਸਰਕਾਰ ਬਣ ਗਈ, ਬਿਊਰੋਕ੍ਰੇਸੀ ਆਪਣਾ ਅਸਰ ਰਸੂਖ ਯੂਜ਼ ਕਰਕੇ ਸਰਕਾਰ ਨੂੰ ਇਸ ਪਾਸੇ ਤੁਰਨ ਵਾਲੇ ਪਾਸੇ ਲਿਆਵੇ ਹੀ ਨਾ, ਛੱਡੋ ਜੀ ਜਿਹੜੀ ਗੱਲ ਹੋ ਗਈ ਕਾਨੂੰਨੀ ਸਮੱਸਿਆਵਾਂ ਨੇ ਹੈ ਜੀ। ਸੋ ਇਸ ਕਰਕੇ ਜੇ 4.5 ਸਾਲ ਕੋਈ ਇਸ ਮੁੱਦੇ ਤੇ ਕੋਈ ਪ੍ਰੋਗਰੈਸ ਨਹੀਂ ਹੋਈ, ਉਹਦੇ ਵਿੱਚ 2-3 ਸੰਭਾਵਨਾਵਾਂ ਨੇ। ਪਹਿਲੀ ਸੰਭਾਵਨਾ ਬਿਊਰੋਕ੍ਰੇਸੀ ਦਾ ਰੋਲ ਗੜਬੜ ਵਾਲਾ ਹੋਵੇ, ਬਿਊਰੋਕ੍ਰੇਸੀ ਬਹੁਤ ਵੱਡੀ। ਦੂਜੀ ਚੀਜ਼, ਸਰਕਾਰ ਨਹੀਂ ਲੱਗਿਆ ਹੋਵੇ ਕਿ ਜੀ ਕਾਨੂੰਨੀ ਵਿਵਸਥਾ ਹੁੰਦਿਆਂ ਹੋਇਆਂ ਸਾਡੇ ਲਈ ਇਹ ਤੋਂ ਭੱਜਣਾ ਸੰਭਵ ਨਹੀਂ ਹੈਗਾ, ਪਰ ਕਿਉਂਕਿ ਵਾਅਦੇ ਕੀਤੇ ਸੀ, ਇਸ ਕਰਕੇ ਜਿਹੜੇ ਲੋਕ ਕੈਪਟਨ ਸਰਕਾਰ ਦੇ ਵਿਰੋਧੀ ਨੇ, ਵਿਰੋਧੀਆਂ ਦਾ ਇਸ ਮੁੱਦੇ ਨੂੰ ਚੁੱਕਣਾ ਸੁਭਾਵਿਕ ਸੀਗਾ। ਹੁਣ ਤੁਹਾਨੂੰ ਇੱਕ ਐਗਜ਼ਾਮਪਲ ਦੇਣੀ ਹੈ। ਕੈਪਟਨ ਸਾਹਿਬ ਦੀ ਪਹਿਲਾਂ ਸਰਕਾਰ ਸੀਗੀ ਜਿਹੜੀ, ਉਹ ਸੀਗੀ 2002 ਤੋਂ 2007 ਤੱਕ, 7 ਤੋਂ 17 ਤੱਕ 2 ਟਰਮਾਂ ਅਕਾਲੀ ਦਲ ਬੀਜੇਪੀ ਰਹੀ, ਜਿਸ ਟੈਨਿਓਰ ਵਿੱਚ ਇਹ ਸਮਝੌਤੇ, ਜਿਹੜੇ ਬਿਜਲੀ ਵਾਲੇ ਸਮਝੌਤੇ ਕੀਤੇ ਗਏ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਟਰਮ ਸੀ, ਉਹਦੇ ਚ ਕੈਪਟਨ ਦੀ ਸਰਕਾਰ ਨੇ ਬਾਕੀ ਪਾਰਟੀਆਂ ਨੂੰ ਨਾਲ ਲੈ ਕੇ ਜਿਹੜੇ ਪੰਜਾਬ ਨੇ ਆਪਣੇ ਹਰਿਆਣੇ ਨਾਲ ਵਾਟਰ ਸ਼ੇਅਰਿੰਗ ਐਗਰੀਮੈਂਟ ਕੀਤੇ ਸੀ, ਉਹ ਰੱਦ ਕਰ ਦਿੱਤੇ ਹੈ ਜੀ। ਤੇ ਮਾਮਲਾ ਸੁਪਰੀਮ ਕੋਰਟ ਚਲਿਆ ਗਿਆ ਹੈ ਜੀ। ਸੁਪਰੀਮ ਕੋਰਟ ਨੇ ਸੁਪਰੀਮ ਨੇ ਕੀ ਕਿਹਾ ਕਿ ਜੇ ਭਾਈ ਇੱਕ ਸਰਕਾਰ ਦੂਜੇ ਸੂਬੇ ਨਾਲ ਸਮਝੌਤਾ ਕਰਦੀ ਹੈ ਤੇ ਦੂਜੀ ਸਰਕਾਰ ਆ ਕੇ ਉਹਨੂੰ ਰੱਦ ਕਰ ਸਕਦੀ ਹੈ, ਕੋਰਟ ਕਹਿੰਦੀ ਨਹੀਂ ਕਰ ਸਕਦੀ
ਮਤਲਬ ਇਹਦਾ ਮਤਲਬ ਕਾਨੂੰਨੀ ਮੁਲਕ ਦੀ ਸਰਵਉੱਚ ਆਪਣੇ ਨਿਆਂਪਾਲਕਾਂ ਨੇ ਕੀ ਕਿਹਾ, ਨਿਆਂਪਾਲਕਾਂ ਨੇ ਕੀ ਕਿਹਾ ਕਿ ਜਿਹੜੇ ਸਮਝੌਤੇ ਇੱਕ ਸਰਕਾਰ ਕੀਤੀ ਆ, ਉਹਨਾਂ ਸਮਝੌਤਿਆਂ ਤੋਂ ਦੂਜੀ ਸਰਕਾਰ ਭੱਜ ਨਹੀਂ ਸਕਦੀ ਜੀ। ਚਾਹੇ ਇਹ ਸਮਝੌਤੇ ਅਕਾਲੀ ਦਲ ਬੀਜੇਪੀ ਸਰਕਾਰ ਨੇ ਕੀਤੇ ਨੇ, ਪਰ ਪੰਜਾਬ ਦੀ ਸਰਕਾਰ ਨੇ ਕੀਤੇ ਨੇ, ਹੈ ਜੀ। ਸੋ ਉਹ ਅੱਛਾ, ਤੁਸੀਂ ਸਮਝੌਤੇ ਰੱਦ ਕਰ ਦਿੰਦੇ ਹੋ ਤੇ ਕੱਲ ਨੂੰ ਕੋਈ ਕੋਰਟ ਚੱਲ ਜਾਂਦਾ, ਉਹ 'ਚ ਰਿਲੀਫ ਮਿਲਣ ਦੀ ਬਜਾਏ ਪੈਨਲਟੀ ਪੈ ਜਾਵੇ। ਸੋ ਇਹ ਸਾਰੀਆਂ ਪੇਚੀਦਗੀਆਂ। ਅੱਛਾ ਹਾਂ, ਪਰ ਜਿਹੜੇ ਲੋਕ ਕੈਪਟਨ ਸਰਕਾਰ ਦਾ ਇਸ ਮੁੱਦੇ ਨੂੰ ਲੈ ਕੇ ਵਿਰੋਧ ਕਰ ਰਹੇ ਨੇ, ਇੱਕ ਪੱਖੋਂ ਉਹ ਠੀਕ ਨੇ। ਕਿਸ ਪੱਖੋਂ ਠੀਕ ਨੇ? ਕਿ ਭਾਈ ਤੁਸੀਂ ਤਾਂ ਬਹੁਤ ਵੱਡਾ ਵਾਅਦਾ ਕੀਤਾ ਸੀ, ਮਤਲਬ ਕੋਠਿਆਂ ਤੇ ਚੜ੍ਹ ਕੇ ਐਲਾਨ ਕੀਤਾ ਕਿ ਅਸੀਂ ਸਮਝੌਤੇ ਰੱਦ ਕਰਾਂਗੇ। ਦੇਖਿਆ ਹੀ ਨਹੀਂ। ਇੱਥੇ ਸਰ ਦੋ ਸਵਾਲ ਹੋਰ ਖੜੇ ਹੁੰਦੇ ਆ ਕਿ ਇੱਕ ਤਾਂ ਤੁਸੀਂ ਵਾਅਦਾ ਕੀਤਾ ਸੀ, ਜਿਹੜਾ ਤੁਸੀਂ ਗੱਲ ਕਹਿ ਰਹੇ ਹੋ ਕਿ ਠੀਕ ਆ, ਫਿਰ ਇਹਦਾ ਮਤਲਬ ਤੁਸੀਂ ਕਾਨੂੰਨੀ ਦਾਅਵੇ ਪਹਿਲਾਂ ਦੇਖੇ ਨਹੀਂ। ਜੇ ਤੁਸੀਂ ਅੱਜ ਉਸ ਚੀਜ਼ ਤੇ ਕਾਰਵਾਈ ਕਰਨ ਲਈ ਰੈਡੀ ਹੋ ਗਏ ਹੋ, ਜੇਕਰ ਵਾਕਈ ਤੁਹਾਨੂੰ ਲੱਗਦਾ ਕਿ ਕਾਨੂੰਨ ਜਿਹੜੇ ਆ ਉਹ ਰੱਦ ਕੀਤੇ ਜਾ ਸਕਦੇ ਆ, ਤਾਂ ਫਿਰ ਅੱਜ ਤੋਂ 4 ਸਾਲ 4.5 ਸਾਲ ਪਹਿਲਾਂ ਜਦੋਂ ਤੁਹਾਡੀ ਸਰਕਾਰ ਬਣੀ ਸੀ, ਉਦੋਂ ਹੀ ਇਹ ਸ਼ੁਰੂਆਤ ਕਿਉਂ ਨਹੀਂ ਕੀਤੀ ਗਈ? ਤੇ ਅੱਜ ਫਿਰ ਜੇ ਨਹੀਂ ਇਹ ਗੱਲ ਹੈ ਤਾਂ ਦੂਜੀ ਗੱਲ ਤੁਹਾਡੇ ਵਾਲੀ ਹੋਗੀ ਬਈ ਕਾਨੂੰਨ ਰੱਦ ਨਹੀਂ ਜੇ ਹੋ ਸਕਦੇ, ਸਿਰਫ ਗੂੰਗਲੂਆਂ ਤੋਂ ਮਿੱਟੀ ਝਾੜਨ ਦੀ ਕੋਸ਼ਿਸ਼ ਹੈ, ਆਪਣੇ ਉੱਪਰ ਲੱਗਦੇ ਇਲਜ਼ਾਮਾਂ ਤੋਂ ਬਚਣ ਦੀ ਕੋਸ਼ਿਸ਼ ਹੈ ਕਿ ਭਾਈ ਇਹ ਵਾਅਦਾ ਕਰਕੇ ਆਏ ਸੀ, ਇਹ ਜਿਹੜਾ ਵਾਅਦਾ ਪੂਰਾ ਕਰ ਨਹੀਂ ਰਹੇ, ਤੇ ਹੁਣ ਉਹ ਕਹਿ ਦੇਣਗੇ ਵੀ ਲਓ ਜੀ ਅਸੀਂ ਤਾਂ ਆਪਣੇ ਵੱਲੋਂ ਕੀਤਾ ਸੀਗਾ, ਵਾਅਦਾ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਪਰ ਹੁਣ ਪਿਛਲੀ ਸਰਕਾਰ ਨੇ ਵਾਅਦੇ ਇਹੋ ਜਿਹੇ ਕਰਤੇ ਸੀ ਉਹ ਟੁੱਟ ਹੀ ਨਹੀਂ ਸਕਦੇ ਸੀ। ਦੇਖੋ, ਕਾਨੂੰਨ ਦੀ ਜਿੰਨੀ ਕੁ ਮੇਰੀ ਸਮਝ ਹੈ, ਥੋੜੀ ਬਹੁਤੀ ਸਮਝ ਮੈਂ ਰੱਖਦਾ ਕਾਨੂੰਨ ਬਾਰੇ ਜੀ। ਕਾਨੂੰਨ ਵਿੱਚ ਤਾਂ ਜਦੋਂ ਤੁਸੀਂ ਕੋਰਟ ਕੋਲੋਂ ਰਿਲੀਫ ਲੈਣਾ ਹੈ, ਤੁਸੀਂ ਕੋਈ ਕਾਨੂੰਨੀ ਫਲਾਹ ਲੱਭਣਾ ਹੁੰਦਾ ਹੈ ਜੀ। ਤੇ ਮਤਲਬ ਤੁਸੀਂ ਕੋਰਟ ਨੇ ਜਦੋਂ ਤੁਹਾਨੂੰ ਰਿਲੀਫ ਦੇਣਾ ਹੈ, ਕਿਸੇ ਕਾਨੂੰਨ ਦੀ ਵਿਵਸਥਾ ਅੰਡਰ ਦੇਣਾ ਹੈ ਜੀ। ਵੀ ਆਹ ਪਾਰਟ, ਜੇ ਕਿਸੇ ਨੂੰ ਸਜ਼ਾ ਦੇਣੀ ਆ ਉਹ ਵੀ ਕਾਨੂੰਨ ਦਾ ਸਹਾਰਾ ਲੈ ਕੇ ਦੇਣੀ ਹੈ, ਜੇ ਕਿਸੇ ਨੂੰ ਰਿਲੀਫ ਦੇਣਾ ਉਹ ਵੀ ਸਹਾਰਾ ਲੈ ਕੇ ਦੇਣੀ ਹੈ। ਅੱਛਾ, ਜੇ ਕਾਂਗਰਸ ਸਰਕਾਰ ਨੇ ਵਾਅਦਾ ਕੀਤਾ ਸੀ, ਫਿਰ ਤੇ ਇਹ ਹੋਰ ਵੀ ਜ਼ਰੂਰੀ ਬਣ ਜਾਂਦਾ ਸੀ। ਕੀ ਜ਼ਰੂਰੀ ਬਣ ਜਾਂਦਾ ਸੀ? ਕਿ ਇਹਨਾਂ ਐਗਰੀਮੈਂਟਾਂ ਦੀ ਜਾਂਚ ਪੜਤਾਲ ਘੋਖ ਬਹੁਤ ਹੀ ਮੈਨਿਊਟਲੀ ਕੀਤੀ ਜਾਂਦੀ। ਪੰਜਾਬ ਦੇ ਜਿਹੜੇ ਸਿਆਣੇ ਵਕੀਲ ਨੇ ਉਹਨਾਂ ਦੀ ਰਾਏ ਲਈ ਜਾਂਦੀ ਫਰੋਮ ਦਾ ਡੇ 1, ਪਹਿਲੇ ਦਿਨ ਤੋਂ ਇਸ ਪਾਸੇ ਤੁਰਦੇ ਕਿ ਇਹ ਲੰਮਾ ਕੰਮ ਹੈ, ਇਹਨੂੰ ਪਹਿਲਾਂ ਸਮਝਣ ਦੀ ਲੋੜ ਹੈ। ਫਿਰ ਇਹਦੇ ਪੰਜਾਬ ਸਰਕਾਰ ਦੇ ਕਾਨੂੰਨੀ ਮਾਹਰਾਂ ਬਾਰੇ ਤਾਂ ਕੋਈ ਸਰ ਭੁੱਲਿਆ ਹੀ ਨਹੀਂ। ਤੁਸੀਂ ਵੀ ਜ਼ਿਆਦਾ ਜਾਣਦੇ ਹੋ, ਪੰਜਾਬ ਦੇ ਕਾਨੂੰਨੀ ਮਾਹਰਾਂ ਬਾਰੇ ਤਾਂ ਕੋਈ ਭੁੱਲਿਆ ਹੀ ਨਹੀਂ। ਹੁਣ ਇਹ ਜੀ ਅਤੁਲ ਨੰਦਾ ਐਡਵੋਕੇਟ ਜਨਰਲ ਲੈ ਲਓ ਪੰਜਾਬ ਸਰਕਾਰ ਦਾ, ਜਿਹੜਾ ਉਹ ਵੀ ਹਰ ਇੱਕ ਕੇਸ ਹੀ ਹਾਰੀ ਜਾਂਦਾ। ਉਹ ਕਾਨੂੰਨੀ ਮਾਹਰ ਤਾਂ ਆਪਾਂ ਦੇਖ ਹੀ ਸਕਦੇ ਵੀ ਕਿਹੋ ਜਿਹੀ ਆ ਪੰਜਾਬ ਸਰਕਾਰ ਦੇ। ਨਹੀਂ, ਨੰਦਾ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਮੇਰਾ ਵਿਦਿਆਰਥੀ ਹੈ, ਮੈਂ ਉਹਨੂੰ ਪੜ੍ਹਾਇਆ ਹੈ, ਉਹ ਮੇਰਾ ਸਟੂਡੈਂਟ ਸੀਗਾ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ। ਲਾਈਟਰ ਬੈਂਚ ਮੈਂ ਕਹਿ ਰਿਹਾ। ਦੇਖੋ, ਜੇਕਰ ਇਹਨਾਂ ਮੁੱਦਿਆਂ ਤੇ ਪੰਜਾਬ ਸਰਕਾਰ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ, ਚਲੋ ਮੈਂ ਤੁਸੀਂ ਐਡਵੋਕੇਟ ਜਨਰਲ ਦੀ ਗੱਲ ਛੱਡੋ, ਪਰ ਇਹ ਗੱਲ ਮੈਂ ਜ਼ਰੂਰ ਕਹਾਂਗਾ, ਪੰਜਾਬ ਵਿੱਚ ਜਿਹੜੀ ਇਹ ਵਕੀਲ ਲੀਗਲ ਫੈਟਰਨਿਟੀ ਦੇ ਲੋਕ ਹੈਗੇ ਨੇ, ਜਿਹੜੇ ਇਸ ਕਿਸਮ ਦੀ ਕੰਪਲੈਕਸ ਮੁੱਦਿਆਂ ਤੇ ਕੁਝ ਨਾ ਕੁਝ ਦੱਸਣ ਦੀ ਸਮਰੱਥਾ ਰੱਖਦੇ ਨੇ। ਮੇਰੇ ਕਹਿਣ ਦਾ ਮਤਲਬ ਇਹ ਹੈ, ਜੇ ਪੰਜਾਬ ਸਰਕਾਰ ਦਾ ਇਹ ਇਰਾਦਾ ਸੀਗਾ, ਚਾਹੇ ਕਾਨੂੰਨ ਵਿੱਚੋਂ ਬਹੁਤਾ ਕੁਝ ਸਾਨੂੰ ਲੱਭਦਾ ਨਜ਼ਰ ਨਹੀਂ ਆ ਰਿਹਾ, ਫਿਰ ਪੰਜਾਬ ਸਰਕਾਰ ਨੂੰ ਸ਼ੁਰੂ ਵਿੱਚ ਹੀ ਇਹਨਾਂ ਕਾਨੂੰਨਾਂ ਚੋਂ ਕੋਈ ਲੈਪਸ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ। ਹੁਣ ਇਹ 4.5 ਸਾਲ ਬਾਅਦ ਲੋਕ ਜਿਹੜੇ 3 ਵਕੀਲਾਂ ਦੀ ਰਾਏ ਲੈ ਕੇ ਲੀਗਲ ਨੋਟਿਸ ਇਸ਼ੂ ਕਰ ਰਹੇ ਨੇ, ਇਹ ਤਾਂ ਲੀਗਲ ਨੋਟਿਸ ਵਾਲੀ ਗੱਲ ਪਹਿਲੇ 2-4 ਮਹੀਨੇ 'ਚ ਹੋ ਜਾਣੀ ਚਾਹੀਦੀ ਸੀ। ਸੋ ਜਿਹੜੀ ਸਰਕਾਰ ਦੀ ਜਿਹੜੀ ਆਪਣਾ ਕੀ ਮੈਂ ਸ਼ਬਦ ਯੂਜ਼ ਕਰਾਂ, ਜਿਹੜੀ ਲੈਕ ਆਫ ਇੰਟਰਸਟ ਕਹਿ ਲਓ, ਜਾਂ ਭਈ ਵਾਅਦਾ ਕਰ ਲਿਆ ਠੀਕ ਆ ਲੋਕ ਭੁੱਲ ਜਾਣਗੇ, ਇਹ ਕਹਿ ਲਓ ਜੀ, ਕੋਈ ਨਾ ਕੋਈ ਕਾਰਨ ਜ਼ਰੂਰ ਹੋਏਗਾ ਜਿਹੜੀ ਸਰਕਾਰ ਇਸ ਪਾਸੇ ਨਹੀਂ ਤੁਰੀ। ਹੁਣ ਕਿਉਂਕਿ ਕਾਂਗਰਸ ਦੇ ਅੰਦਰ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧੀਆਂ ਨੇ ਇਸ ਕਿਸਮ ਦੇ ਹਾਲਾਤ ਪੈਦਾ ਕਰਤੇ ਨੇ। ਦੇਖੋ, ਤੁਸੀਂ ਅਕਾਲੀ ਬੀਜੇਪੀ ਨੇ ਤੇ ਕਹਿਣਾ ਹੀ ਨਹੀਂ ਸੀ, ਅਕਾਲੀ ਦਲ ਬੀਜੇਪੀ ਸਗੋਂ ਇਹ ਕਹਿਣ ਲੱਗ ਪਿਆ ਕਿ ਜੇ ਹਿੰਮਤ ਹੈਗੀ ਆ ਤੁਸੀਂ ਕਾਨੂੰਨ ਰੱਦ ਕਰੋ। ਅਕਾਲੀ ਦਲ ਬੀਜੇਪੀ ਦੇ ਬੰਦੇ ਤਾਂ ਕਹਿੰਦੇ ਨੇ ਕਿ ਅਸੀਂ ਹਾਂਜੀ ਵੀ ਜੇ ਗੱਲ ਤਾਂ ਫਿਰ ਰੱਦ ਕਰ ਦਿਓ। ਹਾਂ, ਸੋ ਅੱਛਾ, ਉਹ ਤਾਂ ਪਹਿਲਾਂ ਹੀ ਕਹਿੰਦੇ। ਅੱਛਾ, ਸੋ ਜੇ ਫਾਰ ਐਗਜ਼ਾਮਪਲ ਉਹ ਅੱਛਾ
ਜੇ ਫਾਰ ਐਗਜ਼ਾਮਪਲ ਕਾਂਗਰਸ ਦੇ ਅੰਦਰ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧੀ ਇਹ ਮੁੱਦਾ ਨਾ ਰੇਜ਼ ਕਰਦੇ, ਫਿਰ ਅਕਾਲੀ ਦਲ ਬੀਜੇਪੀ ਨੇ ਤੇ ਕਹਿਣਾ ਹੀ ਕੁਝ ਨਹੀਂ ਸੀਗਾ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜੇ ਇਹਨਾਂ 3 ਸਮਝੌਤਿਆਂ ਨੂੰ ਰੱਦ ਕਰਨ ਦੀ ਗੱਲ ਇਸ ਲੈਵਲ ਤੱਕ ਪਹੁੰਚਾਈ ਗਈ ਹੈ, ਉਹ ਤਾਂ ਕਾਂਗਰਸ ਦੇ ਅੰਦਰ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧੀਆਂ ਨੇ, ਖਾਸ ਕਰਕੇ ਨਵਜੋਤ ਸਿੰਘ ਸਿੱਧੂ ਤੇ ਪ੍ਰਗਟ ਸਿੰਘ ਨੂੰ ਉਹਨਾਂ ਨੇ ਪਹੁੰਚਾਈ ਹੈ ਜੀ। ਜੇ ਫਾਰ ਐਗਜ਼ਾਮਪਲ ਜੇ ਇਹ ਲੋਕ ਬਿਜਲੀ ਸਮਝੌਤਿਆਂ ਦੇ ਮੁੱਦੇ ਨੂੰ ਰੱਦ ਕਰਨ ਦੀ ਗੱਲ ਇਸ ਲੈਵਲ ਤੱਕ ਨਾ ਰੇਜ਼ ਕਰਦੇ, ਫਿਰ ਇਹ 18 ਨੁਕਾਤੀ ਜਿਹੜਾ ਪ੍ਰੋਗਰਾਮ ਆ ਉਹਦੇ ਵਿੱਚ ਨਹੀਂ ਸੀ ਪੈਣੀ ਹੈ ਜੀ। ਸੋ ਜੇ ਕੈਪਟਨ ਸਰਕਾਰ ਨੇ ਮਾੜੀ ਮੋਟੀ ਪ੍ਰੋਗਰੈਸ ਦਿਖਾਈ ਆ, ਪ੍ਰੋਸੈਸ ਸਿਰਫ ਇੰਨਾ ਹੀ ਆ ਕਿ ਉਹ ਲੀਗਲ ਨੋਟਿਸ ਇਸ਼ੂ ਕਰਨਗੇ, ਫਿਰ ਲੀਗਲ ਨੋਟਿਸ ਦਾ ਕੰਪਨੀਆਂ ਜਵਾਬ ਦੇਣਗੀਆਂ, ਫਿਰ ਉਹ ਜਵਾਬ ਨੂੰ ਤੁਸੀਂ ਸੈਟਿਸਫੈਕਟਰੀ ਮੰਨਦੇ ਹੋ, ਅਨਸੈਟਿਸਫੈਕਟਰੀ ਮੰਨਦੇ ਹੋ, ਫਿਰ ਇੱਧਰ ਗੱਲ ਤੁਰੇਗੀ ਹੈ ਜੀ। ਤੇ ਜੇ ਫਾਰ ਐਗਜ਼ਾਮਪਲ ਤੁਸੀਂ ਉਹਨਾਂ ਦੇ ਜਵਾਬ ਨੂੰ ਇਗਨੋਰ ਕਰਕੇ ਰੱਦ ਕਰਦੇ ਹੋ, ਫਿਰ ਉਹ ਕੋਰਟ ਵਿੱਚ ਜਾਣਗੇ। ਸੋ ਇਹ ਤਾਂ ਅਜੇ ਜਿਵੇਂ ਆਪਾਂ ਕਹਿੰਦੇ ਹਾਂ ਨਾ, ਸਰਕਾਰ ਕੋਲ ਬਚਿਆ ਨਹੀਂ ਬਚਿਆ ਹੈਗਾ ਜੀ। ਇਹ ਤਾਂ ਦੇਖੋ ਜਿਹੜਾ ਲੀਗਲ ਗੱਲ ਕਹਿ ਰਿਹਾ ਸੀ ਉਹੀ ਗੱਲ ਹੈ। ਫਿਰ ਵੀ ਇਹ ਕਹਿ ਦੇਣਗੇ, ਲੋਕ ਕਹਿਣਗੇ ਵੀ ਤੁਸੀਂ ਵਾਅਦਾ ਕਰਕੇ ਆਏ ਸੀ, ਨਵਜੋਤ ਸਿੰਘ ਸਿੱਧੂ ਕਹਿਣਗੇ ਭਾਈ ਤੁਸੀਂ ਵਾਅਦਾ ਕਰਕੇ ਆਏ ਸੀ ਕਿ ਤੁਸੀਂ ਰੱਦ ਕਿਉਂ ਨਹੀਂ ਕਰਦੇ। ਇਹ ਕਹਿਣਗੇ ਆਹ ਦੇਖ ਲਓ ਅਸੀਂ ਤਾਂ ਪ੍ਰਕਿਰਿਆ ਕੀਤੀ ਸੀਗੀ, ਹਾਲੇ ਇੱਥੇ ਤੱਕ ਪਹੁੰਚੇ ਆ, ਕੰਮ ਸ਼ੁਰੂ ਕੀਤਾ ਹੋਇਆ। ਜਿਵੇਂ ਹਰੀਸ਼ ਰਾਵਤ ਕਹਿੰਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ ਕਿ 18 ਨੁਕਾਤੇ ਏਜੰਡਿਆਂ ਤੇ ਕੰਮ ਸ਼ੁਰੂ ਕੀਤਾ ਹੋਇਆ ਤਾਂ ਤੁਸੀਂ ਸਰਕਾਰ ਆਈ ਤੋਂ ਹੀ ਕੀਤਾ ਹੋਇਆ। ਗੱਲ ਇਹ ਆ ਵੀ ਮੁੱਦੇ ਹੱਲ ਕਦੋਂ ਹੋਣਗੇ, ਗੱਲ ਇਹ ਹੈ। ਹੁਣ ਇਹੀ ਗੱਲ ਇਹ ਕਹਿ ਦੇਣਗੇ ਕਿ ਭਾਈ ਅਸੀਂ ਸ਼ੁਰੂ ਕੀਤਾ ਹੋਇਆ, ਅਸੀਂ ਪ੍ਰੋਸੈਸ ਚ ਪਾਇਆ ਹੋਇਆ, ਹੁਣ ਰੱਦ ਹੋ ਜਾਣਗੇ, ਹੌਲੀ ਹੌਲੀ ਹੋ ਜਾਣਗੇ। ਫਿਰ ਇਹੀ ਗੱਲਾਂ ਹੋ ਗਈਆਂ, ਗੋਂਗਲੂ ਤੇ ਮਿੱਟੀ ਝਾੜਨ ਦੀ ਕੋਸ਼ਿਸ਼ ਹੈ। ਬਿਲਕੁਲ ਦੇਖੋ ਜਿਹੜਾ ਲੀਗਲ ਨੋਟਿਸ ਇਸ਼ੂ ਕੀਤਾ ਉਹਦੇ ਚ ਵੀ ਇਹ ਨਹੀਂ ਹੁੰਦਾ ਕਿ ਜਵਾਬ ਸਾਨੂੰ ਰਾਤੋਂ ਰਾਤ ਦੇ ਦੇ, ਕੁਝ 2 ਹਫ਼ਤੇ ਦਾ 3 ਹਫ਼ਤੇ ਦਾ ਜਵਾਬ ਦਿੱਤਾ ਜਾਏਗਾ। ਫਿਰ ਇਹ ਵੀ ਕਈ ਵਾਰ ਕੰਪਨੀਆਂ ਕਹਿੰਦੇ ਨੇ ਕਿ ਜੀ ਸਾਨੂੰ ਜਵਾਬ ਦੇਣ ਦਾ ਸਮਾਂ ਹੋਰ ਦਿੱਤਾ ਜਾਵੇ ਹੈ ਜੀ। ਸੋ ਜਵਾਬ ਪਹਿਲਾਂ ਮੰਗਿਆ, ਉਹਦੇ ਸਮਾਂ ਦਿੱਤਾ, ਫਿਰ ਕੰਪਨੀਆਂ ਨੇ ਹੋਰ ਸਮਾਂ ਮੰਗ ਲਿਆ, ਫਿਰ ਜਵਾਬ ਆ ਗਿਆ, ਉਹਦੇ ਤੇ ਗੱਲ ਖੜੀ ਰਹੀ। ਸੋ ਇਹ ਬੜਾ ਲੰਮਾ ਕੰਮ ਹੈ ਜੀ। ਸੋ ਇਹ ਪਰ ਤੁਹਾਡੀ ਗੱਲ ਇਹ ਸਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਿਜਲੀ ਸਮਝੌਤਿਆਂ ਤੇ ਸਿਰਫ ਇਹੀ ਗੱਲ ਦਿਖਾ ਸਕੇਗੀ ਕਿ ਅਸੀਂ ਜੀ ਇਹਨਾਂ ਨੂੰ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਰੱਦ ਹੋਣ ਦੀ ਸੰਭਾਵਨਾ ਇੰਨੇ ਥੋੜੇ ਸਮੇਂ ਵਿੱਚ ਬਹੁਤ ਘੱਟ ਹੈ। ਹਾਂ, ਜੇ ਬਹੁਤ ਹੀ ਬੋਲਡ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਚੱਲਦੀ ਹੈ, ਜਿਸ ਤਰੀਕੇ ਨਾਲ 2004 ਵਿੱਚ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਜਿਹੜੇ ਹਰਿਆਣੇ ਨਾਲ ਵਾਟਰ ਸ਼ੇਅਰਿੰਗ ਐਗਰੀਮੈਂਟ ਰੱਦ ਕੀਤੇ ਸੀ, ਜੇ ਤਾਂ ਕੋਈ ਉਸ ਕਿਸਮ ਦਾ ਕਦਮ ਚੁੱਕ ਲੈਂਦੇ ਨੇ ਫਿਰ ਤਾਂ ਗੱਲ ਦੂਜੀ ਹੈ। ਨਾਰਮਲ ਪ੍ਰਕਿਰਿਆ ਵਿੱਚ ਜੇ ਇਹ ਗੱਲ ਸ਼ੁਰੂ ਹੋਈ ਹੈ, ਇਹ ਪਹਿਲਾ ਪੜਾਅ ਦਾ ਬਹੁਤ ਮੁੱਢਲਾ ਜੇ ਹਿੱਸਾ ਹੈਗਾ। ਇਟ ਹੈਜ਼ ਅ ਲੌਂਗ ਵੇ ਟੂ ਗੋ। ਮਤਲਬ ਜੇ ਵਾਕਿਆ ਹੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਕੇ ਕਾਨੂੰਨੀ ਰਾਹ ਅਪਣਾਉਂਦੇ ਹੋਏ ਇਹ ਜਿਹੜੇ ਸਮਝੌਤੇ ਰੱਦ ਕਰਨੇ ਨੇ, ਫਿਰ ਇਹ ਬਹੁਤ ਲੰਮੀ ਗੱਲ ਹੈ। 6 ਮਹੀਨੇ ਚ ਮੁੱਕਦੀ ਨਜ਼ਰ ਨਹੀਂ ਆ ਰਹੀ। ਯਾਨੀ ਹਾਲੇ ਤੱਕ ਵੀ ਜਿਹੜੀ ਇਹੀ ਹੈ ਵੀ ਸਿਰਫ ਜਿਹੜੀ ਆਪਾਂ ਗੱਲ ਕਰਕੇ ਆੜੇ ਗੋਂਗਲੂ ਤੋਂ ਮਿੱਟੀ ਝਾੜਨ ਵਾਲੀ ਗੱਲ ਹੈ। ਯਾਨੀ ਫਿਰ ਮੁਸ਼ਕਲ ਜਿਹੜੀ ਹੈ ਉਹ ਨਹੀਂ ਘਟੇਗੀ ਇਹਨਾਂ ਦੀ, ਕਿਉਂਕਿ ਲੋਕ ਤਾਂ ਫਿਰ ਇਹੀ ਸਵਾਲ ਕਰਨਗੇ ਨਾ ਕਿ ਭਾਈ ਅਸੀਂ ਇਸ ਚੀਜ਼ੋਂ ਕੀ ਲੈਣਾ। ਪ੍ਰੋਸੈਸ ਜੇ ਸ਼ੁਰੂ ਕੀਤਾ ਹੋਇਆ, ਜੇ ਪ੍ਰੋਸੈਸ ਲੰਬਾ ਚੱਲ ਰਿਹਾ, ਇਹ ਪ੍ਰੋਸੈਸ ਫਿਰ ਤੁਸੀਂ ਜਦੋਂ ਸਰਕਾਰ ਬਣੀ ਸੀ ਉਦੋਂ ਹੀ ਸ਼ੁਰੂ ਕਰ ਲੈਂਦੇ। ਨਹੀਂ, ਇਹ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ, ਪੰਜਾਬ ਦੀ ਕਾਂਗਰਸ ਸਰਕਾਰ, ਇਹਨੂੰ ਇਸ ਗੱਲ ਲਈ ਕਟਹਿਰੇ ਵਿੱਚ ਖੜਾ ਕੀਤਾ ਜਾਏਗਾ ਕਿ ਜੇ ਤੁਸੀਂ 4.5 ਸਾਲ ਬਾਅਦ ਲੀਗਲ ਨੋਟਿਸ ਇਸ਼ੂ ਕਰ ਰਹੇ ਹੋ ਜੀ, 2017 ਮਾਰਚ ਤੋਂ ਇਮੀਡੀਏਟ ਬਾਅਦ ਕਿਉਂ ਨਹੀਂ? 2017 ਮਾਰਚ ਵਿੱਚ ਸਰਕਾਰ ਬਣੀ ਨਾ, ਜਿਹੜਾ ਕਰੋੜਾਂ ਖਰਬਾਂ ਰੁਪਈਆ ਗਿਆ ਲੋਕਾਂ ਦੇ ਟੈਕਸ ਦਾ, ਉਹ ਵੀ ਫਿਰ ਇਹਨਾਂ ਦੇ ਸਿਰ ਜਾਊਗਾ ਕਿ ਤੁਹਾਡੀ ਵਜ੍ਹਾ ਦੇ ਕਾਰਨ ਹੀ ਗਿਆ। ਜੇ ਟਾਈਮ ਨਾਲ ਸ਼ੁਰੂ ਕੀਤਾ ਹੁੰਦਾ ਤਾਂ ਹੋ ਸਕਦਾ ਕਿ ਹੁਣ ਤੱਕ ਰੱਦ ਹੀ ਹੋ ਜਾਂਦੇ। ਨਹੀਂ, ਇਹੀ ਤਾਂ ਦੁਖਾਂਤ ਆ ਨਾ। ਦੁਖਾਂਤ ਇਹੀ ਹੈ, ਜਿਹੜੀ ਬਿਊਰੋਕ੍ਰੇਸੀ ਹੈ ਨਾ, ਉਹ ਇਹਨਾਂ ਚੀਜ਼ਾਂ ਵਿੱਚ ਸ਼ਾਮਲ ਹੁੰਦੀ ਹੈ। ਜਦੋਂ ਬਿਊਰੋਕ੍ਰੇਸੀ ਨੂੰ ਲੱਗੇ ਨਾ ਕਿ ਸਾਨੂੰ ਸੇਕ ਲੱਗ ਸਕਦਾ ਹੈ, ਉਹ ਫਿਰ ਸਰਕਾਰ ਕੋਲੋਂ ਪਰਦੇ ਪਵਾ ਲੈਂਦੇ ਨੇ। ਇਹ ਕਮਾਲ ਦੀ ਚੀਜ਼ ਹੈ। ਬਦਨਾਮ ਸਰਕਾਰਾਂ ਹੋ ਜਾਂਦੀਆਂ ਨੇ, ਮਾਲ ਮੋਟਾ ਬਿਊਰੋਕ੍ਰੇਸੀ ਚੁੱਕ ਜਾਂਦੀ ਹੈ। ਤੁਸੀਂ ਆਹ ਦੇਖ ਲਓ, ਜਿਹੜੀ ਸਮੇਤ ਸਿੰਘ ਸੈਣੀ ਵਾਲੀ ਕੰਟਰੋਵਰਸੀ ਹੈ ਜੀ, ਜਿਹੜੀ ਸਰਕਾਰ ਨੇ ਸਮੇਤ ਸਿੰਘ ਸੈਣੀ ਨੂੰ ਪਹਿਲਾਂ ਤਾਂ ਅਕਾਲੀ ਦਲ ਬੀਜੇਪੀ ਸਰਕਾਰ ਨੇ ਕਿਹਾ ਕਿ ਅਸੀਂ ਇਸ ਕਿਸਮ ਦੇ ਅਫੀਸਰਾਂ ਦੀ ਇਨਵੈਸਟੀਗੇਸ਼ਨ ਕਰਾਂਗੇ, ਫਿਰ ਉਹਨੂੰ ਐਸਐਸਪੀ ਬਣਾਇਆ ਹੈ ਜੀ। ਹੁਣ ਉਹ ਉਸ ਪਾਰਟੀ ਦੇ ਬੰਦੇ ਵੀ ਸਮੇਤ ਸਿੰਘ ਸੈਣੀ ਨੂੰ ਡਿਫੈਂਡ ਨਹੀਂ ਕਰ ਸਕਦੇ ਜੀ। ਪਰ ਦੇਖੋ ਤੁਸੀਂ ਬੀਇੰਗ ਡੀਜੀਪੀ ਕੀ ਉਹਨਾਂ ਲੋਕਾਂ ਨੇ ਕੀਤਾ। ਸੋ ਜਿਹੜੀ ਬਿਊਰੋਕ੍ਰੇਸੀ ਹੈਗੀ ਹੈ, ਇਹ ਜਿਹੜੀ ਸਾਡੀ ਪੋਲੀਟੀਕਲ ਕਲਾਸ ਹੈ ਨਾ, ਉਹਦੇ ਤੋਂ ਕਿਤੇ ਅੱਗੇ ਹੈ
ਅੱਛਾ, ਫਿਰ ਤੁਸੀਂ ਹੋਰ ਦੇਖੋ, ਜਦੋਂ ਕੋਈ ਕੰਮ ਬਿਊਰੋਕ੍ਰੇਸੀ ਨੇ ਕਰਵਾਉਣਾ ਹੋਵੇ ਨਾ ਜੀ, ਜਿਹਦੇ ਚ ਉਹ ਆਪ ਸ਼ਾਮਲ ਹੋਵੇ, ਫਿਰ ਉਹ ਬਿਲਕੁਲ ਸੇਫ ਚੱਲਦੇ ਨੇ। ਕਦੇ ਬਹੁਤ ਘੱਟ ਤੁਹਾਨੂੰ ਇਹ ਮਿਲੇਗਾ ਕਿ ਬਿਊਰੋਕ੍ਰੇਸੀ ਨੂੰ ਸੇਕ ਲੱਗੇ। ਸੋ ਇਸ ਕਰਕੇ ਇਹਨਾਂ ਸਮਝੌਤਿਆਂ ਨੂੰ ਰੱਦ ਕਰਨ ਦੀ, ਅੱਛਾ ਵੈਸੇ ਤਾਂ ਇਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੇ ਇਹ ਵੀ ਇਲਜ਼ਾਮ ਲੱਗਦਾ ਕਿ ਬਿਊਰੋਕਰੇਟਸ ਸਰਕਾਰ ਨੂੰ ਚਲਾਉਂਦੇ ਨੇ ਜੀ। ਜੇ ਬਿਊਰੋਕਰੇਟ ਸਰਕਾਰ ਨੂੰ ਚਲਾਉਂਦੇ ਨੇ, ਫਿਰ ਉਹ ਆਪਣੀ ਜਮਾਤ ਦੇ ਬੰਦਿਆਂ ਨੂੰ ਜੇ ਕੱਲ੍ਹ ਨੂੰ ਕਟਹਿਰੇ ਵਿੱਚ ਖੜਾ ਕੀਤਾ ਜਾਵੇ ਬਿਜਲੀ ਸਮਝੌਤਿਆਂ ਨੂੰ ਰੱਦ ਕਰਨ, ਕੋਈ ਬੰਦਾ ਤਾਂ ਘੱਟੋ ਘੱਟ ਜੇ ਇਹਨਾਂ ਸਮਝੌਤਿਆਂ ਵਿੱਚੋਂ ਕੋਈ ਰਾਹ ਨਹੀਂ ਲੱਭਦਾ, ਫਿਰ ਜਿਹੜੇ ਉਸ ਵੇਲੇ ਦੇ ਕਾਨੂੰਨੀ ਮਾਹਰ ਹੋਣਗੇ, ਉਸ ਵੇਲੇ ਦਾ ਜਿਹੜਾ ਕੰਸਰਨ ਮਹਿਕਮਾ ਹੋਏਗਾ, ਉਹਦੇ ਤੇ ਤਾਂ ਨਜ਼ਲਾ ਸੁੱਟਿਆ ਜਾਊਗਾ ਨਾ। ਨਜ਼ਲਾ ਸੁੱਟਿਆ ਜਾਊਗਾ, ਬਿਲਕੁਲ ਬਿਲਕੁਲ। ਅਜੇ ਤੱਕ ਤੇ ਸਾਨੂੰ ਇਹੀ ਨਹੀਂ ਪਤਾ ਕਿ ਕਿਹੜੇ ਲੋਕਾਂ ਨੇ ਤੁਸੀਂ ਮੈਨੂੰ ਦੱਸੋ, ਜਿਹੜੀ ਬਿਊਰੋਕ੍ਰੇਸੀ ਸਰਕਾਰ ਦਾ ਬ੍ਰੇਨ ਹੁੰਦੀ ਹੈ, ਉਹਨਾਂ ਨੇ ਠੀਕ ਹੈ ਪੰਜਾਬ ਵਿੱਚ ਬਿਜਲੀ ਦੀ ਲੋੜ ਸੀਗੀ, ਬਿਜਲੀ ਜਦੋਂ ਗ੍ਰਿਡ ਵਾਲਾ ਸਿਸਟਮ ਪੈਦਾ ਹੋ ਗਿਆ ਸੀ, ਗ੍ਰਿਡ ਵਿੱਚ ਇੱਕ ਬਿਜਲੀ ਖਰੀਦਣ ਦਾ ਇੱਕ ਵਿਵਸਥਾ ਕਰ ਦਿੱਤੀ ਗਈ ਸੀ। ਪੰਜਾਬ ਵਰਗਾ ਸੂਬਾ ਜਿਹੜਾ ਪਹਿਲਾਂ ਹੀ ਕਰਜ਼ੇ ਦੇ ਭਾਰ ਹੇਠ ਦਬਿਆ ਹੋਇਆ ਸੀਗਾ, ਉਹਨਾਂ ਕੋਲ ਪੈਸਾ ਹੈ ਨਹੀਂ ਸੀਗਾ ਕਿ ਉਹ ਆਪਣੇ ਪਬਲਿਕ ਦਾ, ਇਹ ਠੀਕ ਹੈ, ਪਰ ਘੱਟੋ ਘੱਟ ਸੈਂਟਰ ਦਾ ਜਿਹੜਾ ਗ੍ਰਿਡ ਆ ਉੱਥੋਂ ਤਾਂ ਬਿਜਲੀ ਖਰੀਦ ਸਕਦੇ ਸੀ, ਉੱਥੋਂ ਬਿਜਲੀ ਖਰੀਦ ਸਕਦੇ, ਬਿਲਕੁਲ। ਸੋ ਅੱਛਾ, 25 ਸਾਲ ਦੇ ਸਮਝੌਤੇ ਕਰਕੇ ਤੁਸੀਂ 25 ਸਾਲ ਦੀ ਤੁਸੀਂ, ਇਹ ਤਾਂ ਕਦੇ ਫੇਰ ਇਸ ਗੱਲ ਤੇ ਆਪਾਂ ਗੱਲ ਕਰਾਂਗੇ, ਜਿਹੜੀ 31,000 ਦਾ ਕਰਜ਼ਾ ਅਕਾਲੀ ਦਲ ਬੀਜੇਪੀ ਸਰਕਾਰ ਨੇ ਕਰਜ਼ੇ ਵਿੱਚ ਕਨਵਰਟ ਕੀਤਾ 31,000 ਦਾ ਜੀ, ਜਿਹੜੀ ਉਹ ਪਰਚੇਜ ਕਰਨ ਦੀ ਲਿਮਿਟ ਤੇ ਜਿਹੜੀ ਪ੍ਰੋਕਿਉਰਮੈਂਟ ਵਿੱਚ ਜਿਹੜਾ ਫਰਕ ਪਾਇਆ ਗਿਆ ਜੀ, ਕਦੇ ਉਹਦੇ ਤੇ ਉਹ ਵੀ ਵਾਅਦਾ ਕੀਤਾ ਸੀ ਇਹ ਸਰਕਾਰ ਨੇ, ਕਦੇ ਮੁੜ ਕੇ ਪਤਾ ਨਹੀਂ ਲੱਗਿਆ ਕੀ ਬਣਿਆ। 31,000 ਕਰੋੜ ਦਾ ਜਿਹੜਾ ਕਰਜ਼ਾ ਪੰਜਾਬ ਸਰਕਾਰ ਸਿਰ ਚੜਿਆ, ਉਹਦਾ ਸੱਚ ਵੀ ਲੋਕਾਂ ਸਾਹਮਣੇ ਨਹੀਂ ਆਇਆ ਜੀ। ਉਹਦੇ ਚ ਵੀ ਬਿਊਰੋਕ੍ਰੇਸੀ ਸ਼ਾਮਲ ਹੋਏਗੀ, ਕਿਉਂਕਿ ਜਦੋਂ ਸਰਕਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ, ਲਓ ਜੀ ਇਹਨੂੰ ਕਰਜ਼ੇ ਵਿੱਚ ਕਨਵਰਟ ਕਰ ਲਓ ਤੇ ਆਪਾਂ ਸੁਰਖਰੂ ਹੋ ਜਾਈਏ, ਉਹਦੇ ਪਿੱਛੇ ਬ੍ਰੇਨ ਤੇ ਬਿਊਰੋਕ੍ਰੇਸੀ ਦਾ ਹੈਗਾ। ਇਸੇ ਤਰ੍ਹਾਂ ਮੈਨੂੰ ਲੱਗਦਾ ਹੈ ਕਿ ਭਾਈ ਇੱਕ ਵੱਡਾ ਕਾਰਨ ਇਹ ਹੋਏਗਾ ਕਿ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, ਜਿਹਨੂੰ ਬਿਊਰੋਕਰੇਟਸ ਚਲਾਉਂਦੇ ਨੇ, ਉਹਨਾਂ ਬਿਊਰੋਕਰੇਟਸ ਨੇ ਆਪਣੇ ਇਸ ਕਰਕੇ ਇੱਧਰ ਗੱਲ ਨਾ ਤੁਰਨ ਦਿੱਤੀ ਹੋਵੇ ਕਿ ਸਾਡੇ ਆਪਣੇ ਲੋਕਾਂ ਤੇ ਉਂਗਲ ਉਠਾਈ ਜਾਏਗੀ। ਇਹ ਕੀ ਹੋ ਸਕਦਾ ਹੈ ਕਿ ਜਿਵੇਂ ਨਵਜੋਤ ਸਿੰਘ ਸਿੱਧੂ ਕਹਿੰਦੇ ਰਿਹਾ ਕਿ ਮੈਂ ਭਾਈ ਸਮੇਂ-ਸਮੇਂ ਤੇ ਕੈਬਨਿਟ ਦੇ ਵਿੱਚ ਬੈਠ ਕੇ ਇਹ ਗੱਲਾਂ ਕਹਿੰਦਾ ਰਿਹਾ ਕਿ ਆਪਾਂ ਆਹ ਵਾਅਦੇ ਕਰਕੇ ਆਏ ਆ ਤੇ ਕਰੀਏ ਪੂਰੇ, ਕਹਿੰਦੇ ਮੈਨੂੰ ਸਿਸਟਮ ਇਹ ਗੱਲ ਕਹਿ ਦਿੰਦਾ ਰਿਹਾ ਬਿਨਾਂ ਨਾਮ ਲੈ ਕਿਸੇ ਦਾ, ਸਿਸਟਮ ਦਾ ਨਾਮ ਦੇ ਕੇ ਉਹਨਾਂ ਨੇ ਇਹ ਗੱਲ ਕਹੀ, ਕਹਿੰਦੇ ਕਿ ਮੈਨੂੰ ਸਿਸਟਮ ਇਹ ਗੱਲ ਕਹਿੰਦਾ ਰਿਹਾ ਕਿ ਨਹੀਂ ਨਵਜੋਤ, ਇਹ ਜਿਹੜੇ ਮੁੱਦੇ ਆਪਾਂ ਆਖਰੀ 6 ਮਹੀਨੇ ਲਈ ਰੱਖਣੇ ਆ। ਇਹ ਤਾਂ ਫਿਰ ਦੇਖੋ, ਇਹ ਤਾਂ ਫਿਰ ਹੋਰ ਵੀ ਮਾੜੀ ਗੱਲ ਹੈ। ਇਹ ਤਾਂ ਮਤਲਬ ਇਹ ਗੱਲ ਹੈ ਵੀ ਤੁਹਾਡੇ ਮਨ ਚ ਕੀ ਹੈ ਕਿ ਇਹ ਬਿਜਲੀ ਸਮਝੌਤੇ ਇਹੋ ਜਿਹੀ ਚੀਜ਼ ਨੇ ਜਿਨ੍ਹਾਂ ਨੂੰ ਚੁੱਕ ਕੇ ਅਸੀਂ ਲੋਕਾਂ ਕੋਲ ਆਪਣੀ ਸ਼ਾਖ ਬਣਾ ਸਕਦੇ ਹਾਂ ਕਿ ਲਓ ਜੀ ਅਕਾਲੀ ਦਲ ਬੀਜੇਪੀ ਨੇ ਆਹ 3 ਸਮਝੌਤੇ ਕਰਕੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ, ਪਰ ਇਹ ਨਹੀਂ ਉਹਨਾਂ ਦੇ ਦਿਮਾਗ ਚ ਆਈ ਕਿ ਜਿਹੜੇ ਲੋਕਾਂ ਨੂੰ ਤੁਸੀਂ ਇਹ ਦੱਸਣ ਜਾਓਗੇ ਕਿ ਅਕਾਲੀ ਦਲ ਬੀਜੇਪੀ ਸਰਕਾਰ ਨੇ ਸਮਝੌਤੇ ਕਰਕੇ ਪੰਜਾਬ ਦਾ ਨੁਕਸਾਨ ਕੀਤਾ, ਉਹ ਲੋਕ ਤੁਹਾਨੂੰ ਇਹ ਪੁੱਛਣਗੇ ਇਸ ਨੁਕਸਾਨ ਨੂੰ ਅਨਡੂ ਕਰਨ ਲਈ 4.5 ਸਾਲ ਤੁਸੀਂ ਕੀ ਕਰਦੇ ਰਹੇ ਜੀ ਕੀਤਾ। ਬਿਲਕੁਲ ਬਿਲਕੁਲ। ਜੇ ਨਵਜੋਤ ਸਿੰਘ ਸਿੱਧੂ ਨੂੰ ਸਰਕਾਰ ਇਹ ਜਵਾਬ ਮਿਲਦਾ ਰਿਹਾ ਕਿ ਪਿਛਲੇ 6 ਮਹੀਨਿਆਂ 'ਚ ਅਸੀਂ ਇਹ ਕੰਮ ਕਰਾਂਗੇ, ਫਿਰ ਮੈਂ ਤਾਂ ਕਹਾਂਗੇ ਕਿ ਬਈ ਸਰਕਾਰ ਤੇ ਸੋਚ, ਜਿਹੜੇ ਲੋਕਾਂ ਨੇ ਇਹ ਗੱਲ ਕਹੀ ਉਹ ਸੋਚ ਪੱਖੋਂ ਬੜੇ ਸਖਣੇ ਨੇ, ਬੜੇ ਮਤਲਬ ਉਹਦੀ ਸੋਚ ਕਿੱਧਰ ਗਈ ਬਈ ਅੱਜ ਦੇ ਯੁੱਗ ਵਿੱਚ ਜਿਹੜੇ ਪੰਜਾਬ ਦੇ ਲੋਕ ਨਵਜੋਤ ਸਿੰਘ ਸਿੱਧੂ ਨੂੰ ਜਾਣਬੁੱਝ ਕੇ ਬਿਜਲੀ ਮਹਿਕਮੇ ਦੇ ਵਿੱਚ ਫਸਾਇਆ ਜਾ ਰਿਹਾ ਸੀਗਾ, ਜਾਣਬੁੱਝ ਕੇ। ਹੁਣ ਜਿਹੜੀ ਬਿਜਲੀ ਸਮਝੌਤਿਆਂ ਦੀ ਜਿਹੜੀ ਗੱਲ ਉੱਠੀ ਹੈ, ਇਸ ਸਮਝੌਤਿਆਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਫਸਾਇਆ ਜਾਣਾ ਸੀ ਕਿ ਭਾਈ ਬਿਜਲੀ ਮੰਤਰੀ ਨਵਜੋਤ ਸਿੰਘ ਸਿੱਧੂ ਹੈ। ਅੱਜ ਜੋ ਸਥਿਤੀ ਨਵਜੋਤ ਸਿੰਘ ਸਿੱਧੂ ਦੀ ਬਣੀ ਹੋਈ ਹੈ, ਲੋਕਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਚੰਗਾ ਬਣਿਆ ਹੋਇਆ ਹੈ, ਹਰੇਕ ਪਾਰਟੀ ਦਾ ਲੀਡਰ, ਪੰਜਾਬ ਦੇ ਲੋਕ ਜਿਹੜੇ ਚਾਹੁੰਦੇ ਆ ਨਵਜੋਤ ਸਿੰਘ ਸਿੱਧੂ ਉਮੀਦਾਂ ਰੱਖੀ ਬੈਠੇ ਆ। ਅੱਜ ਸਥਿਤੀ ਨਵਜੋਤ ਸਿੰਘ ਸਿੱਧੂ ਬਾਰੇ ਕੁਝ ਹੋਰ ਹੋਣੀ ਸੀ। ਅੱਜ ਨਵਜੋਤ ਸਿੰਘ ਸਿੱਧੂ ਪੂਰੀ ਤਰੀਕੇ ਦੇ ਨਾਲ ਬਦਨਾਮ ਕੀਤਾ ਹੋਣਾ ਸੀ ਕਿ ਬਿਜਲੀ ਮੰਤਰੀ ਆ ਜਿਹੜਾ ਉਹ ਸਮਝੌਤੇ ਨਹੀਂ ਰੱਦ ਕਰ ਸਕਿਆ। ਨਹੀਂ ਦੇਖੋ, ਜਿਹੜੀ ਸੁਧਾਰ ਦੀ ਗੱਲ ਹੈ ਨਾ, ਉਹਦੇ ਚ ਇੱਕ ਵਿਅਕਤੀ ਕੁਝ ਨਹੀਂ ਕਰ ਸਕਦਾ। ਜੇ ਸਰਕਾਰ ਮਤਲਬ ਹੈ ਜੀ, ਫਿਰ ਸਰਕਾਰ ਝੂਠ ਤੇ ਪਰਦਾ ਵੀ ਪਾ ਸਕਦੀ ਹੈ, ਸਰਕਾਰ ਦੇ ਨਾਲ ਬਿਊਰੋਕ੍ਰੇਸੀ ਹੈ ਜੀ। ਤੁਸੀਂ ਇੱਕ ਗੱਲ ਚੁੱਕ ਕੇ ਉਹਨੂੰ ਡਿਫੈਂਸ ਬਣਾ ਲਵੋ, ਜਿਹੜੀਆਂ ਗੱਲਾਂ ਉਹਦੇ ਉੱਠਣ ਉਹਨੂੰ ਇਗਨੋਰ ਕਰ ਦਵੋ, ਜਿਹੜੀ ਕਿ ਸਰਕਾਰ ਤੇ ਬਿਊਰੋਕ੍ਰੇਸੀ ਜੇ ਆਪਸ ਵਿੱਚ ਮਿਲ ਜਵੇ ਕਰਨ ਦੀ ਸਮਰੱਥਾ ਰੱਖਦੀ ਹੈ ਜੀ। ਸੋ ਮੈਂ ਤੁਹਾਨੂੰ ਕੀ ਕਹਿਣਾ ਚਾਹੁੰਦਾ, ਏਦਾਂ ਨਹੀਂ ਹੁੰਦਾ ਕਿ ਮਤਲਬ ਸਰਕਾਰ
ਝੂਠ ਤੇ ਪਰਦਾ ਵੀ ਪਾ ਸਕਦੀ ਹੈ, ਸੱਚ ਨੂੰ ਝੂਠ ਵੀ ਬਣਾ ਸਕਦੀ ਹੈ। ਜੇ ਇੱਕ ਵਿਅਕਤੀ ਉਹਦੇ ਖਿਲਾਫ ਲੜਦਾ ਨਾ, ਫਿਰ ਉਹ ਸਥਿਤੀ ਹੋ ਰਹੀ ਹੈ ਜੀ। ਐਨੀਹਾਉ ਦੋਨੋਂ ਪੱਖੋਂ ਜੇ ਅਸੀਂ ਦੇਖੀਏ, ਫਿਰ ਇਹ ਪੰਜਾਬ ਸਰਕਾਰ ਜਾਂ ਪੰਜਾਬ ਲਈ ਬਹੁਤ ਮੰਦਭਾਗੀ ਵਾਲੀ ਗੱਲ ਹੈ ਕਿ ਤੁਸੀਂ ਇੱਕ ਇਹੋ ਜਿਹੇ ਮੁੱਦੇ ਨੂੰ, ਕਿਹੜੇ ਮੁੱਦੇ ਨੂੰ, ਜਿਹੜੇ ਇਹ 3 ਐਗਰੀਮੈਂਟਸ ਨੇ, ਜਿਹੜੇ ਐਗਰੀਮੈਂਟਸ ਦਾ ਸੰਬੰਧ ਪੰਜਾਬ ਦੇ ਹਰ ਵਰਗ ਨਾਲ ਹੈ, ਉਹਨੂੰ ਤੁਸੀਂ ਆਪਣੀ ਘਟੀਆ ਰਾਜਨੀਤੀ ਲਈ ਵਰਤਦੇ ਹੋ। ਘਟੀਆ ਰਾਜਨੀਤੀ ਇਨ ਦਾ ਸੈਂਸ ਕਿ ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਨੁਕਰੇ ਲਾਉਣ ਵਾਲੇ ਸੋਚਦੇ ਹੋ, ਜਾਂ ਤੁਸੀਂ ਇਹ ਸੋਚ ਰਹੇ ਹੋ ਕਿ ਅਸੀਂ ਅਖੀਰਲੇ 6 ਮਹੀਨੇ ਇਹ ਗੱਲ ਨੂੰ ਚੁੱਕਾਂਗੇ ਹੈ ਜੀ। ਸੋ ਦੋਨਾਂ ਹਾਲਾਤਾਂ ਵਿੱਚ ਅਸੀਂ ਇਹ ਗੱਲ ਕਵਾਂਗੇ, ਇਹ ਤਾਂ ਮਤਲਬ ਘਟੀਆ ਜਿਹੜੀ ਰਾਜਨੀਤੀ ਵਾਲੀ ਗੱਲ ਹੈ। ਸੋ ਮਤਲਬ ਜਿਹਨੂੰ ਆਪਾਂ ਅੰਗਰੇਜ਼ੀ 'ਚ ਕਹਿੰਦੇ ਆ ਨਾ ਕਿ ਇਹ ਤਾਂ ਇਟ ਰਿਫਲੈਕਟਸ ਵੈਰੀ ਪੂਰਲੀ ਔਨ ਦਾ ਗਵਰਨਮੈਂਟ ਕਿ ਤੁਸੀਂ ਇਹੋ ਜਿਹਾ ਮੁੱਦਾ ਜਿਹੜਾ ਪੰਜਾਬ ਦੇ ਹਰ ਵਰਗ ਲਈ ਬਹੁਤ ਵੱਡੀ ਮਹੱਤਤਾ ਰੱਖਦਾ ਹੈ, ਇਹੋ ਜਿਹੇ ਮੁੱਦੇ ਨੂੰ ਬੜੀਆ ਘਟੀਆ ਲੈਵਲ ਦੀ ਗਵਰਨੈਂਸ ਹੈ। ਸਰ, ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਜਾਂਦੇ ਹੁਣ ਆਪਾਂ ਦਰਸ਼ਕਾਂ ਨੂੰ ਕਹਿ ਸਕਦੇ ਹਾਂ ਕਿ ਭਾਈ ਤੁਹਾਨੂੰ ਹਰੇ ਜਿਹੜੀ ਪੰਜਾਬ ਦੇ ਲੋਕਾਂ ਨੂੰ, ਵੈਸੇ ਸਾਨੂੰ ਕਹਿਣਾ ਤਾਂ ਨਹੀਂ ਚਾਹੀਦਾ, ਕਹਿੰਦੇ ਹੋ ਦੁੱਖ ਵੀ ਲੱਗ ਰਿਹਾ ਹੈ, ਜਿਸ ਦੀਆਂ ਸਥਿਤੀਆਂ ਦਿਖਾਈਆਂ ਜਾ ਰਹੀਆਂ ਕਿ ਬਿਜਲੀ ਸਮਝੌਤੇ ਰੱਦ ਕਰਕੇ ਜ਼ਿਆਦਾ ਤੋਂ ਜ਼ਿਆਦਾ ਤੁਹਾਨੂੰ ਰਾਹਤ ਦਵਾ ਦਿੱਤੀ ਜਾਊਗੀ, ਪਰ ਉਹ ਜਲਦੀ ਰਾਹਤ ਜਿਹੜੀ ਮਿਲਦੀ ਹੋਈ ਦਿਖਾਈ ਅਸਲ ਦੇ ਵਿੱਚ ਇਹ ਹੈ ਵੀ ਜਲਦੀ ਰਾਹਤ ਨਹੀਂ ਮਿਲੇਗੀ। ਦੇਖੋ, ਜੇ ਤਾਂ ਸਰਕਾਰ ਬਿਲਕੁਲ ਬੋਲਡ ਹੋ ਜਾਵੇ, ਜਿਹੜਾ ਰਾਹ 2004 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਅਡਾਪਟ ਕੀਤਾ ਸੀ, ਉਹ ਰਾਹ ਕੀ ਹੈ ਕਿ ਤੁਸੀਂ ਵਿਧਾਨ ਸਭਾ ਪਾਲਕਾ ਵਿੱਚ ਲਿਜਾ ਕੇ ਇਜਲਾਸ ਵਿੱਚ ਇਹਨਾਂ ਨੂੰ ਰੱਦ ਕਰ ਦਿਓ ਤੇ ਸਰਕਾਰ ਮਾਫੀ ਲਵੇ ਕਿ ਅਸੀਂ ਲੋਕਾਂ ਨੂੰ ਰਿਲੀਫ ਦੇਣਾ ਹੈ ਜੀ। ਬਾਅਦ ਵਿੱਚ ਉਹਦੇ ਕਾਨੂੰਨੀ ਸਿੱਟੇ ਕੀ ਨਿਕਲਦੇ ਨੇ ਦੇਖੀ ਜਾਊਗੀ, ਫਿਰ ਤਾਂ ਰਿਲੀਫ ਮਿਲ ਸਕਦਾ ਹੈ। ਜੇ ਸਹਿਜ ਸੁਭਾਅ ਕਾਨੂੰਨੀ ਪ੍ਰਕਿਰਿਆ ਵਰਤਦੇ ਹੋਏ, ਚੱਲਦੇ ਹੋਏ ਸਮਝੌਤਿਆਂ ਨੂੰ ਰੱਦ ਕਰਨ ਤੋਂ ਬਾਅਦ ਰਿਲੀਫ ਦੇਣ ਦੀ ਗੱਲ ਕਰਨੀ ਹੈ ਤੇ ਫਿਰ ਰੂਟੀਨ ਵਿੱਚ ਸਹਿਜ ਸੁਭਾਅ ਇਹ ਲੰਬੀ ਪ੍ਰਕਿਰਿਆ ਹੈ। ਨਵਜੋਤ ਸਿੰਘ ਸਿੱਧੂ ਤਾਂ ਇਹੀ ਗੱਲ ਕਹਿ ਰਹੇ ਆ ਕਿ ਜਿਹੜਾ ਵਿਧਾਨ ਸਭਾ ਦੇ ਵਿੱਚ ਜਾ ਕੇ ਇਹਨੂੰ ਰੱਦ ਕਰਨਾ ਚਾਹੀਦਾ। ਦੇਖੋ, ਉਹ ਚੀਜ਼ ਸਰਕਾਰ ਨੂੰ ਪੋਲੀਟੀਕਲੀ ਪੇ ਕਰੇਗੀ, ਪਰੰਤੂ ਉਸ ਪ੍ਰਕਿਰਿਆ ਤੋਂ ਜਿਹੜੀਆਂ 3 ਪ੍ਰਾਈਵੇਟ ਕੰਪਨੀਆਂ ਥਰਮਲ ਪਲਾਂਟਾਂ ਵਾਲੀਆਂ ਹੈਗੀਆਂ ਨੇ, ਉਹਨਾਂ ਦਾ ਕਾਨੂੰਨੀ ਰਾਹ ਤਾਂ ਬਰਕਰਾਰ ਰਹਿੰਦਾ ਹੈ ਜੀ। ਉਹ ਕੋਰਟ ਜਾ ਸਕਦੀਆਂ ਨੇ, ਬਾਅਦ ਜਾ ਕੇ ਰਿਲੀਫ ਲੈ ਸਕਦੀਆਂ ਨੇ, ਉਹ ਸੰਭਾਵਨਾ ਤਾਂ ਹਮੇਸ਼ਾ ਰਹੇਗੀ, ਉਹ ਨਹੀਂ ਖਤਮ ਕੀਤੀ ਜਾ ਸਕਦੀ। ਉਹ ਤਾਂ ਸਮਾਂ ਹੀ ਦੱਸੇਗਾ। ਯਾਨੀ ਵਿਧਾਨ ਸਭਾ ਦੇ ਅੰਦਰ ਜਾ ਕੇ ਵੀ ਰਾਹਤ ਜ਼ਰੂਰੀ ਨਹੀਂ ਹੈ ਕਿ ਮਿਲੇਗੀ। ਜਿਹੜਾ 2004 ਵਿੱਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਵਾਟਰ ਸ਼ੇਅਰਿੰਗ ਐਗਰੀਮੈਂਟ ਰੱਦ ਕੀਤੇ ਸੀ, ਵਿਧਾਨ ਪਾਲਿਕਾ 'ਚ ਲੈ ਕੇ ਗਏ ਸੀਗੇ, ਗਵਰਨਰ ਤੋਂ ਸਾਈਨ ਕਰਵਾ ਲਏ ਤੇ ਹਰਿਆਣਾ ਦੀ ਸਰਕਾਰ ਜਿਹੜੀ ਉਹ ਕੋਰਟ ਚਲੀ ਗਈ ਤੇ ਕੋਰਟ ਨੇ ਕੀ ਕਿਹਾ? ਕੋਰਟ ਨੇ ਇਹ ਗੱਲ ਕਹੀ ਕਿ ਤੁਸੀਂ ਵਾਟਰ ਸ਼ੇਅਰਿੰਗ ਐਗਰੀਮੈਂਟ ਰਿਜੈਕਟ ਨਹੀਂ ਕਰ ਸਕਦੇ। ਪਰ ਉਹ ਸਮਾਂ ਬਹੁਤ ਪੰਜਾਬ ਸਰਕਾਰ ਦੇ ਹੱਕ 'ਚ ਬੋਲ ਰਿਹਾ ਨਾ ਫਿਰ। ਹਾਂਜੀ, ਉਹ ਮੁੱਦਾ ਤਾਂ ਫਿਰ ਪੰਜਾਬ ਸਰਕਾਰ ਦੇ ਹੱਕ 'ਚ ਬੋਲ ਰਿਹਾ। ਪੰਜਾਬ ਸਰਕਾਰ ਨੇ ਹਾਲੇ ਤੱਕ ਪਾਣੀ ਤਾਂ ਦਿੱਤਾ ਨਹੀਂ, ਪਾਣੀ ਨਹੀਂ ਦਿੱਤਾ। ਉਹ ਤੇ ਖੈਰ ਉਦੋਂ ਬਾਅਦ 'ਚ ਇੱਕ ਹੋਰ ਪੜਾਅ ਵੀ ਆਇਆ ਕਿ ਮੁੜ ਕੇ ਸਰਕਾਰ ਨੇ, ਅਕਾਲੀ ਦਲ BJP ਸਰਕਾਰ ਨੇ ਡੀਨੋਟੀਫਾਈ ਕਰਕੇ ਜਿਹੜੀ ਲੈਂਡ ਅਕਵਾਇਰ ਕੀਤੀ ਸੀਗੀ SYL ਲਈ, ਉਹ ਵਾਪਸ ਕਿਸਾਨਾਂ ਨੂੰ ਦੇ ਦਿੱਤੀ ਹੈ ਜੀ। ਪਰ ਮੈਂ ਉਹੀ ਸਰ ਸਮਝਣਾ ਚਾਹੁੰਦਾ ਕਿ ਜਿਸ ਤਰੀਕੇ ਦੇ ਨਾਲ SYL ਦੇ ਮਾਮਲੇ ਦੇ ਵਿੱਚ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਤੁਸੀਂ ਕਿਹਾ ਵੀ ਲਿਆ ਕੇ ਜਿਹੜਾ ਉਹ ਪਾਸ ਕਰ ਦਿੱਤਾ, ਫਿਰ ਭਲਾ ਕੋਰਟ ਨੇ ਕਿਹਾ ਤਾਂ ਵੀ ਜਿਹੜੀ ਸਰਕਾਰ ਨੇ ਉਹ ਪਾਣੀ ਦਿੱਤਾ ਨਹੀਂ। ਹੁਣ ਵੀ ਜੇਕਰ ਉਹੀ ਤਰੀਕਾ ਜਿਵੇਂ ਤੁਸੀਂ ਕਹਿੰਦੇ ਹੋ ਕਿ ਅਪਣਾਇਆ ਜਾ ਸਕਦਾ ਹੈ, ਜੇ ਉਹੀ ਤਰੀਕਾ ਅਪਣਾਇਆ ਜਾ ਸਕਦਾ ਤੇ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਉਹ ਕੋਰਟ ਦੇ ਵਿੱਚ ਚਲੀਆਂ ਜਾਣ, ਤਾਂ ਫਿਰ ਵੀ ਸਰਕਾਰ ਆਪਣੇ ਸਟੈਂਡ ਤੇ ਰਹਿ ਸਕਦੀ ਹੈ ਕਿ ਭਾਈ ਅਸੀਂ ਨਹੀਂ ਸਮਝੌਤੇ। ਨਹੀਂ, ਇਹ ਸਿਚੁਏਸ਼ਨ ਤੇ ਉਸ ਸਿਚੁਏਸ਼ਨ 'ਚ ਫਰਕ ਹੈ। ਉੱਥੇ ਤਾਂ ਇਸ ਕਰਕੇ ਦੇਖੋ, ਪਹਿਲੀ ਚੀਜ਼, ਪਾਣੀਆਂ ਦਾ ਮਸਲਾ ਸਾਡਾ ਹੱਲ ਨਹੀਂ ਹੋਇਆ, ਉਹ ਉੱਥੇ ਖੜਾ ਹੈ। ਇਹ ਠੀਕ ਹੈ ਕਿ ਸਾਡਾ ਪਾਣੀ ਉਧਰ ਕਿਉਂ ਨਹੀਂ ਗਿਆ ਕਿ SYL ਜਿਹੜੀ ਕਨਾਲ ਜਿਹਦੇ ਥਰੂ ਪਾਣੀ ਜਾਣਾ ਸੀ ਉਹ ਨਹੀਂ ਬਣੀ ਹੈ ਜੀ, ਪਰ ਮਸਲਾ ਹੱਲ ਨਹੀਂ ਹੋਇਆ। ਇੱਥੇ ਤੇ ਉਹ ਵੀ ਚੀਜ਼ ਨਹੀਂ ਹੈਗੀ। ਇੱਥੇ ਤੇ ਇਹ ਹੈ ਕਿ ਜੇ ਕੰਪਨੀਆਂ ਨੂੰ ਕੋਰਟ ਨੇ ਰਿਲੀਫ ਦੇ ਦਿੱਤਾ, ਚਾਹੇ ਪੰਜਾਬ ਦੀ ਸਰਕਾਰ ਵਿਧਾਨ ਸਭਾ ਵਿੱਚ ਲਿਜਾ ਕੇ ਰੱਦ ਕਰੇ, ਸਰਕਾਰ ਨੂੰ ਕੋਰਟ ਦਾ ਫੈਸਲਾ ਮੰਨਣਾ ਪਵੇਗਾ। ਸੋ ਇਸੇ ਕਰਕੇ ਸਿਆਣਪ ਇਸ ਗੱਲ ਦੀ ਮੰਗ ਕਰਦੀ ਸੀ ਕਿ ਸਰਕਾਰ ਨੂੰ ਪਹਿਲਾਂ ਹੀ ਸਮਾਂ ਲਾ ਕੇ ਕਾਨੂੰਨੀ ਮਾਹਰਾਂ ਦੀ ਰਾਏ ਲੈ ਕੇ ਇਹਦੇ 'ਚ ਕੋਈ ਨਾ ਕੋਈ ਲੈਪਸ ਲੱਭਣਾ ਚਾਹੀਦਾ ਸੀ, ਜਿਹੜੇ ਲੈਪਸ ਦੇ ਹੁੰਦਿਆਂ ਹੋਇਆਂ ਕੋਰਟ ਦੁਆਰਾ ਕੰਪਨੀਆਂ ਨੂੰ ਰਿਲੀਫ ਦਿੱਤੇ ਜਾਣ ਦੀ ਸੰਭਾਵਨਾ ਖਤਮ ਹੋ ਜਾਂਦੀ। ਕਿਉਂਕਿ ਦੇਖੋ, ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਲੋਕਾਂ ਨੂੰ ਰਿਲੀਫ ਮਿਲੇ, ਆਪਾਂ ਸਾਰੇ ਐਜ਼ ਸਿਟੀਜ਼ਨ ਆਫ
ਬਿਲਕੁਲ ਬਿਲਕੁਲ ਅਸੀਂ ਚਾਹੁੰਦੇ ਹਾਂ, ਪਰ ਅਸੀਂ ਨਾਲ ਇਹ ਵੀ ਚਾਹੁੰਦੇ ਹਾਂ ਨਾ ਕਿ ਕੱਲ ਨੂੰ ਪੰਜਾਬ ਦੇ ਸਿਰ ਤੇ ਕੋਈ ਵਿੱਤੀ ਬੋਝ ਨਾ ਪਾ ਦੇਵੇ ਜੀ ਬੋਝ ਨਾ ਪਾ ਦੇਵੇ। ਬਿਲਕੁਲ ਜੇ ਫਾਰ ਐਗਜ਼ਾਮਪਲ ਅੱਜ ਸਾਨੂੰ ਰਿਲੀਫ ਮਿਲ ਜਾਂਦਾ, ਚੰਗੀ ਗੱਲ ਹੈ, ਤੇ ਨਾਲ ਅਸੀਂ ਇਹ ਵੀ ਚਾਹਾਂਗੇ ਨਾ ਕਿ ਕੱਲ ਨੂੰ ਕੋਈ ਕੋਰਟ ਵਿੱਚੋਂ ਇਹ ਕੰਪਨੀਆਂ ਇਸ ਕਿਸਮ ਦਾ ਰਿਲੀਫ ਲੈ ਕੇ ਨਾ ਆ ਜਾਣ ਜਿਹੜਾ ਪੰਜਾਬ ਤੇ ਸੂਬੇ ਤੇ ਫੇਰ ਵਿੱਤੀ ਬੋਝ ਬਣ ਜਾਵੇ ਜੁਰਮਾਨੇ ਦੇ ਰੂਪ ਦੇ ਵਿੱਚ। ਮੇਰੇ ਕਹਿਣ ਦਾ ਮਤਲਬ ਆ ਹੈ। ਬਿਲਕੁਲ ਬਿਲਕੁਲ। ਤਾਂ ਸਰ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਤੇ ਦਰਸ਼ਕਾਂ ਨੂੰ ਇਸ ਅਹਿਮ ਮੁੱਦੇ ਦੇ ਬਾਰੇ ਅਹਿਮ ਜਾਣਕਾਰੀ ਦਿੱਤੀ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਮਿਹਰਬਾਨੀ ਸੁਖਵਿੰਦਰ, ਮੈਨੂੰ ਲੱਗਦਾ ਕਿ ਅਸੀਂ ਤੁਹਾਡੇ ਸਰੋਤਿਆਂ ਨੂੰ ਕੁਝ ਦੱਸਣ ਵਿੱਚ ਸਫਲ ਹੋਏ ਹੋਵਾਂਗੇ। ਬਹੁਤ ਮਿਹਰਬਾਨੀ। ਬਿਲਕੁਲ। ਤਾਂ ਇਹ ਸਨ ਪ੍ਰੋਫੈਸਰ ਕੁਲਦੀਪ ਸਿੰਘ ਜੀ, ਜਿਨ੍ਹਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਤਰਤੀਬ ਵਾਈਜ਼ ਜਿਹੜਾ ਇਸ ਅਹਿਮ ਮੁੱਦੇ ਦੇ ਉੱਪਰ ਸਾਨੂੰ ਇੱਕ ਜਿਹੜੀ ਜਾਣਕਾਰੀ ਦਿੱਤੀ ਹੈ। ਉਮੀਦ ਕਰਦੇ ਹਾਂ ਕਿ ਪ੍ਰੋਫੈਸਰ ਸਾਹਿਬ ਉਹਨਾਂ ਦੇ ਵੱਲੋਂ ਦਿੱਤੀ ਜਾਣਕਾਰੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਊਗੀ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।